बाणी भगत बेणी जी। रे नर गर्भ कुंडल जब आछत, ऊर्द ध्यान लिव लागा। मृतक पिंड पद मद ना, अहनिस एक अज्ञान न लागा। ते दिन सम्मल कष्ट महादुख, अब चित अधिक पसार्या। गर्भ छोड़ मृत मंडल आया, तौ नर हर मनहो बिसारिया। भगत बेणी जी महाराज दा ਇਹ ਸ਼ਬਦ ਜਿਨ੍ਹਾਂ ਨੇ ਮਾਤਾ ਦੇ ਗਰਭ ਤੋਂ ਲੈ ਕੇ ਇਸ ਸਰੀਰ ਦੇ ਤਿਆਗਣ ਤੱਕ ਦਾ ਖਾਕਾ ਖਿੱਚਿਆ ਹੈ। ਇਸ ਪਾਵਨ ਸ਼ਬਦ ਦੇ ਰਾਹੀਂ ਆਪ ਨੇ ਫਰਮਾਇਆ ਹੈ, ਰੇ ਨਰ ਗਰਭ ਕੁੰਡਲ ਜਬ ਆਛਤ। ਭਾਵ ਜਦੋਂ ਜੀਵ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਕਰਦਾ ਹੈ, ਮਾਤਾ ਦੇ ਗਰਭ ਵਿੱਚੋਂ ਹੋ ਕੇ ਫਿਰ ਇਸ ਧਰਤੀ ਦੀ ਗੋਦ ਤੇ ਆਉਂਦਾ ਹੈ, ਇਸ ਧਰਤੀ ਤੇ ਫਿਰ ਇਹ ਕਿਸ ਤਰ੍ਹਾਂ ਜ਼ਿੰਦਗੀ ਬਸਰ ਕਰਦਾ ਹੈ ਅਤੇ ਫਿਰ ਅੰਤ ਵਿੱਚ ਕਿਸ ਤਰ੍ਹਾਂ ਕਾਲ ਇਸ ਨੂੰ ਖਾਕ ਵਿੱਚ ਤਬਦੀਲ ਕਰ ਦਿੰਦਾ ਹੈ ਜਾਂ ਇਸ ਕਾਲ ਤੋਂ ਨਿਕਲ ਕੇ ਹਮੇਸ਼ਾ ਲਈ ਉਸ ਅਕਾਲ ਵਿੱਚ ਸਮਾ ਜਾਵੇ। ਇਹ ਯਾਤਰਾ ਹੈ ਇਸ ਜੀਵਨ ਦੀ, ਇਸ ਜੀਵ ਦੀ। ਸ਼ੁਰੂਆਤ ਕਿੱਥੋਂ ਹੋਈ ਅਤੇ ਫਿਰ ਅੰਤ ਕਿੱਥੇ ਹੈ? ਜਨਮ ਕੀ ਹੈ? ਜੀਵਨ ਕੀ ਹੈ? ਜਨਮ ਮਾਂ ਪਿਓ ਦੇ ਸੰਯੋਗ ਨਾਲ ਹੁੰਦਾ ਹੈ, ਜਦਕਿ ਜੀਵਨ ਗੁਰੂ ਦੇ ਸੰਯੋਗ ਨਾਲ ਮਿਲਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਰੀਰ ਮਾਂ ਪਿਓ ਦੁਆਰਾ ਬਣਿਆ, ਪਰ ਇਸ ਦੇ ਅੰਦਰ ਜੋ ਆਤਮਿਕ ਜੋਤ ਹੈ ਉਹ ਮਾਂ ਪਿਓ ਨਹੀਂ ਬਣਾ ਸਕਦੇ। ਇਸ ਵਾਸਤੇ ਜਿਨ੍ਹਾਂ ਦੇ ਅੰਦਰ ਆਪਣੇ ਜਨਮ ਦਿਨ ਨੂੰ ਮਨਾਉਣ ਦੀ ਚਾਹਨਾ ਹੈ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਉਹਨਾਂ ਦਾ ਜਨਮ ਕਿਸ ਦਿਨ ਹੋਇਆ। ਇਸ ਲਈ ਇਹ ਜਨਮ ਦਿਨ ਮਨਾਉਣਾ ਸਿਵਾਏ ਇੱਕ ਮੂਰਖਤਾ ਦੇ ਹੋਰ ਕੁਝ ਵੀ ਨਹੀਂ। ਸੱਚਾਈ ਤਾਂ ਇਹੀ ਹੈ ਕਿ ਕਿਸੇ ਨੂੰ ਨਹੀਂ ਪਤਾ ਕਿ ਸਾਡਾ ਜਨਮ ਕਦੋਂ ਹੋਇਆ। ਅੱਜ ਤੱਕ ਕਿਸੇ ਮੈਡੀਕਲ ਸਾਇੰਸ ਨੂੰ ਵੀ ਪਤਾ ਨਹੀਂ ਲੱਗਾ ਅਤੇ ਉਸ ਮਾਂ ਨੂੰ ਵੀ ਪਤਾ ਨਹੀਂ ਲੱਗਦਾ ਜਿਸ ਦੇ ਗਰਭ ਦੇ ਅੰਦਰ ਬੱਚਾ ਪਲ ਰਿਹਾ ਹੁੰਦਾ ਹੈ ਕਿ ਉਸ ਦੇ ਬੱਚੇ ਦਾ ਜਨਮ ਕਿਸ ਦਿਨ ਹੋਇਆ, ਕਿਸ ਦਿਨ ਪਰਮੇਸ਼ਰ ਦੀ ਜੀਵਾਤਮਾ ਨੇ ਉਸ ਦੇਹ ਦੇ ਅੰਦਰ ਪ੍ਰਵੇਸ਼ ਕੀਤਾ। ਕਿਸੇ ਨੂੰ ਨਹੀਂ ਪਤਾ। ਹਾਂ, ਜਿਸ ਦਿਨ ਇਹ ਮਾਤਾ ਦੇ ਗਰਭ ਵਿੱਚ ਹੋ ਕੇ ਇਸ ਧਰਤੀ ਦੀ ਗੋਦ ਤੇ ਆਇਆ, ਉਸ ਦਿਨ ਦਾ ਸਾਨੂੰ ਪਤਾ ਹੈ। ਅਸਲ ਵਿੱਚ ਅਸੀਂ ਸਭ ਇਸ ਦੇ ਧਰਤੀ ਤੇ ਆਉਣ ਵਾਲੇ ਦਿਨ ਨੂੰ ਹੀ ਜਨਮ ਦਿਨ ਮਨਾ ਰਹੇ ਹਾਂ। ਉਹ ਜਨਮ ਦਿਨ ਨਹੀਂ ਹੈ। ਗੁਰੂ ਅਮਰਦਾਸ ਜੀ ਦੇ ਬੋਲ ਹਨ, ਇਹ ਸਰੀਰਾ ਮੇਰਿਆ, ਹਰ ਤੁਮ ਮੇ ਜੋਤ ਰੱਖੀ, ਤਾਂ ਤੂੰ ਜਗ ਮੇ ਆਇਆ। ਜਿਸ ਦਿਨ ਪਰਮੇਸ਼ਰ ਨੇ ਸਾਡੇ ਅੰਦਰ ਉਹ ਆਤਮਿਕ ਜੋਤ ਰੱਖੀ ਸੀ, ਜਨਮ ਤਾਂ ਉਸੇ ਵੇਲੇ ਹੋ ਗਿਆ ਸੀ। ਉਸ ਤੋਂ ਬਾਅਦ ਅਸੀਂ ਇਸ ਸੰਸਾਰ ਵਿੱਚ ਆਏ। ਬੱਚੇ ਦੀ ਤਾਂ ਗੱਲ ਛੱਡੋ, ਪਰਮਾਤਮਾ ਨੇ ਇੰਨਾ ਵੱਡਾ ਬ੍ਰਹਿਮੰਡ ਰਚਿਆ, ਸੰਸਾਰ ਬਣਾਇਆ, ਉਸ ਦਿਨ ਦਾ ਕਿਸੇ ਨੂੰ ਨਹੀਂ ਪਤਾ। ਗੁਰੂ ਨਾਨਕ ਦੇਵ ਜੀ ਦੇ ਬੋਲ ਹਨ, ਤਿਥ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਆਪ ਫਰਮਾਉਂਦੇ ਹਨ ਕਿ ਤਿਥੀਵਾਰ ਦਾ ਤਾਂ ਕਿਸੇ ਜੋਗੀ ਨੂੰ ਨਹੀਂ ਪਤਾ ਕਿ ਪਰਮਾਤਮਾ ਨੇ ਸੰਸਾਰ ਪੂਰਨਮਾਸ਼ੀ ਨੂੰ ਬਣਾਇਆ ਜਾਂ ਮੱਸਿਆ ਨੂੰ। ਵਾਰ ਦਾ ਨਹੀਂ ਪਤਾ ਕਿ ਮੰਗਲਵਾਰ ਸੀ ਜਾਂ ਐਤਵਾਰ ਸੀ। ਪਰਮਾਤਮਾ ਨੇ ਸੰਸਾਰ ਸਰਦੀਆਂ ਵਿੱਚ ਬਣਾਇਆ, ਗਰਮੀਆਂ ਵਿੱਚ ਬਣਾਇਆ ਜਾਂ ਚੌਮਾਸੇ ਵਿੱਚ। ਹਿੰਦੁਸਤਾਨ ਵਿੱਚ 6 ਰੁੱਤਾਂ ਹਨ, 12 ਮਹੀਨੇ ਹਨ। ਮਹੀਨਿਆਂ ਦਾ ਨਹੀਂ ਪਤਾ ਕਿ ਜਨਵਰੀ ਸੀ ਜਾਂ ਫਰਵਰੀ, ਨਵੰਬਰ ਸੀ ਜਾਂ ਦਸੰਬਰ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਵੇਲ ਨਾ ਪਾਈਆ ਪੰਡਿਤੀ, ਜੇ ਹੋਵੇ ਲੇਖ ਪੁਰਾਣ। ਵੇਲ ਦਾ ਮਤਲਬ ਵੇਲਾ, ਸਮਾਂ। ਸਵੇਰ ਸੀ, ਦੁਪਹਿਰ ਸੀ, ਸ਼ਾਮ ਸੀ, ਰਾਤ ਸੀ, 2 ਵਜੇ ਸਨ ਜਾਂ 10 ਵਜੇ ਸਨ। ਕੋਈ ਨਹੀਂ ਜਾਣਦਾ। ਪੰਡਿਤਾਂ ਨੂੰ ਵੀ ਨਹੀਂ ਪਤਾ, ਵਿਦਵਾਨਾਂ ਨੂੰ ਨਹੀਂ ਪਤਾ। 18 ਪੁਰਾਣ ਹਨ। ਨਹੀਂ ਤਾਂ ਪੁਰਾਣ ਦਾ ਇੱਕ ਅਧਿਆਇ ਇਹ ਵੀ ਤਾਂ ਹੁੰਦਾ ਕਿ ਪਰਮਾਤਮਾ ਨੇ ਸੰਸਾਰ ਕਿਸ ਦਿਨ ਬਣਾਇਆ। ਜਦੋਂ ਇੰਨੇ ਵੱਡੇ ਬ੍ਰਹਿਮੰਡ ਦੀ ਰਚਨਾ ਦਾ ਕਿਸੇ ਨੂੰ ਨਹੀਂ ਪਤਾ, ਤਾਂ ਕਿ ਸਾਨੂੰ ਇਸ ਸਰੀਰ ਦੇ ਜਨਮ ਦਿਨ ਦਾ ਪਤਾ ਹੈ। ਇਸ ਲਈ ਅੱਜ ਦੇ ਇਸ ਸ਼ਬਦ ਦੇ ਰਾਹੀਂ ਅਸੀਂ ਵਿਚਾਰ ਕਰਨਾ ਹੈ ਕਿ ਆਖਿਰ ਇਹ ਜੀਵਨ ਹੈ ਕੀ। ਕਿਉਂਕਿ ਕਈ ਵਾਰ ਜ਼ਿੰਦਗੀ ਨਿਕਲ ਜਾਂਦੀ ਹੈ, ਪਰ ਅਕਸਰ ਜ਼ਿੰਦਗੀ ਸਮਝ ਨਹੀਂ ਆਉਂਦੀ। ਬਹੁਤ ਘੱਟ ਲੋਕ ਹਨ ਜਿਨ੍ਹਾਂ ਨੂੰ ਜੀਵਨ ਦੀ ਇਹ ਯਾਤਰਾ ਸਮਝ ਆ ਗਈ ਕਿ ਆਖਿਰ ਜਾਣਾ ਕਿੱਧਰ ਹੈ ਅਤੇ ਜਾ ਕਿੱਥੇ ਰਹੇ ਹਾਂ। ਭਗਤ ਬੇਣੀ ਜੀ ਮਹਾਰਾਜ ਫਰਮਾਉਂਦੇ ਹਨ, ਰੇ ਨਰ ਗਰਭ ਕੁੰਡਲ ਜਬ ਆਛਤ। ਸ਼ੁਰੂ ਤੋਂ ਹੀ ਜੀਵ ਦੀ ਗਾਥਾ ਮਾਤਾ ਦੇ ਗਰਭ ਤੋਂ ਸ਼ੁਰੂ ਹੋਈ। ਆਪ ਫਰਮਾਉਂਦੇ ਹਨ, ਉਹ ਜੀਵ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਕੀਤਾ ਤਾਂ ਊਰਦ ਧਿਆਨ ਲਿਵ ਲਾਗਾ। ਕਹਿੰਦੇ ਹਨ ਤੂੰ ਪੁੱਠਾ ਲਟਕਿਆ ਸੀ, ਪਰ ਤੇਰਾ ਧਿਆਨ ਬੜਾ ਉੱਚਾ ਸੀ। ਭਾਵ ਉਸ ਪਰਮਾਤਮਾ ਨਾਲ ਜੁੜਿਆ ਹੋਇਆ ਸੀ। ਪਰ ਕਿਵੇਂ? ਜਿਵੇਂ ਸਾਡੇ ਸਾਹਮਣੇ ਕੋਈ ਬੰਦਾ ਆ ਕੇ ਖੜਾ ਹੋ ਜਾਵੇ, ਜੇ ਅਸੀਂ ਉਸ ਦਾ ਸਿਰ ਦੇਖਾਂਗੇ ਤਾਂ ਪੈਰ ਨਜ਼ਰ ਨਹੀਂ ਆਉਣਗੇ, ਪੈਰ ਦੇਖਾਂਗੇ ਤਾਂ ਸਿਰ ਨਜ਼ਰ ਨਹੀਂ ਆਵੇਗਾ।
ਠੀਕ ਇਸੇ ਤਰ੍ਹਾਂ ਜਦੋਂ ਸਾਡੀ ਦ੍ਰਿਸ਼ਟੀ ਸੰਸਾਰ ਵੱਲ ਹੁੰਦੀ ਹੈ, ਨਿਰੰਕਾਰ ਨਜ਼ਰ ਨਹੀਂ ਆਉਂਦਾ। ਜਦੋਂ ਨਿਰੰਕਾਰ ਵੱਲ ਹੁੰਦੀ ਹੈ, ਸੰਸਾਰ ਨਜ਼ਰ ਨਹੀਂ ਆਉਂਦਾ। ਜਦੋਂ ਸਾਡੀ ਦ੍ਰਿਸ਼ਟੀ ਪਦਾਰਥ ਵੱਲ ਹੁੰਦੀ ਹੈ, ਪਰਮਾਰਥ ਦਾ ਕੁਝ ਪਤਾ ਨਹੀਂ ਲੱਗਦਾ। ਜਦੋਂ ਪਰਮਾਰਥ ਵੱਲ ਹੁੰਦੀ ਹੈ, ਪਦਾਰਥ ਦਾ ਕੁਝ ਪਤਾ ਨਹੀਂ ਲੱਗਦਾ। ਤਾਂ ਬੰਦੇ ਦੀ ਪਛਾਣ ਹੈ ਕਿ ਦ੍ਰਿਸ਼ਟੀ ਕਿੰਨੀ ਉੱਚੀ ਚਲੀ ਗਈ, ਵਿਚਾਰ ਕਿੰਨੇ ਉੱਚੇ ਹੋ ਗਏ। ਆਸਮਾਨ ਨੂੰ ਦੇਖਣਾ ਹੋਵੇ ਤਾਂ ਹੇਠਾਂ ਥੋੜੀ ਦੇਖਣਾ ਹੋਵੇਗਾ। ਦ੍ਰਿਸ਼ਟੀ ਤਾਂ ਉੱਚੀ ਕਰਨੀ ਪਵੇਗੀ ਅਤੇ ਪਰਮਾਤਮਾ ਤਾਂ ਬਹੁਤ ਉੱਚਾ ਹੈ। ਪੰਜਵੇਂ ਪਾਤਸ਼ਾਹ ਨੇ ਕਿਹਾ, ਅਤੀ ਉੱਚਾ ਤਾਂ ਕਾ ਦਰਬਾਰਾ। ਜੇ ਉਸ ਨੂੰ ਵਿਚਾਰਨਾ ਹੈ, ਉਸ ਨੂੰ ਸਮਝਣਾ ਹੈ, ਦੇਖਣਾ ਹੈ, ਤਾਂ ਦ੍ਰਿਸ਼ਟੀ ਤਾਂ ਉੱਚੀ ਕਰਨੀ ਪਵੇਗੀ। ਫਿਰ ਕਹਿੰਦੇ ਹਨ, ਮ੍ਰਿਤਕ ਪਿੰਡ ਪਦ ਮਦ ਨਾ। ਭਾਵ ਅੱਜ ਅਸੀਂ ਜਿੰਨਾ ਚੀਜ਼ਾਂ ਦਾ ਹੰਕਾਰ ਲਈ ਬੈਠੇ ਹਾਂ, ਕਹਿੰਦੇ ਹਨ ਜਦੋਂ ਮਾਤਾ ਦੇ ਗਰਭ ਵਿੱਚ ਪੁੱਠੇ ਲਟਕੇ ਸੀ, ਉਸ ਵਕਤ ਤੈਨੂੰ ਇਸ ਰੰਗ ਰੂਪ ਆਕਾਰ ਦਾ ਵੀ ਕੋਈ ਹੰਕਾਰ ਨਹੀਂ ਸੀ। ਕਿਉਂ? ਕਿਉਂਕਿ ਅਹਨਿਸ ਏਕ ਅਗਿਆਨ ਨਾ ਲਾਗਾ। ਭਾਵ ਦਿਨ ਰਾਤ ਉਸ ਪਰਮਾਤਮਾ ਦੀ ਬੰਦਗੀ ਵਿੱਚ ਸਨ, ਉਸ ਦੀ ਯਾਦ ਵਿੱਚ ਖੜੇ ਸਨ। ਇਸ ਲਈ ਉਸ ਵਕਤ ਕੋਈ ਅਗਿਆਨ ਵਾਲਾ ਨਾਗਾ ਹੁੰਦਾ ਹੀ ਨਹੀਂ ਸੀ। ਕੋਈ ਛੁੱਟੀ ਹੁੰਦੀ ਨਹੀਂ ਸੀ ਕਿ ਕੇਵਲ ਇੱਕ ਦਿਨ ਸਤਸੰਗ ਤੇ ਜਾਵਾਂਗੇ, ਅੱਗੇ ਪਿੱਛੇ ਜਾਣ ਦੀ ਕੀ ਜ਼ਰੂਰਤ ਹੈ। ਹੁਣ ਤਾਂ ਭਜਨ ਬੰਦਗੀ ਵਿੱਚ ਵੀ ਨਾਗਾ ਹੈ। ਜਦਕਿ ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਊਰਦ ਤਪ ਅੰਤਰ ਕਰੇ, ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਉਸ ਵਕਤ ਪੁੱਠਾ ਲਟਕਿਆ ਪਰਮਾਤਮਾ ਦੀ ਬੰਦਗੀ ਕਰਦਾ ਸੀ ਅਤੇ ਰਾਤ ਦਿਨ ਇੱਕ ਹੀ ਅਰਦਾਸ ਕਰਦਾ ਸੀ ਕਿ ਹੇ ਮਾਲਿਕ, ਤੂੰ ਮੈਨੂੰ ਜਿਵੇਂ ਕਿਵੇਂ ਬਸ ਇੱਥੋਂ ਬਾਹਰ ਕੱਢ, ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ। ਇਹ ਤੇਰਾ ਮੇਰਾ ਵਾਅਦਾ ਹੈ। ਅਤੇ ਇਹ ਰੋਜ਼ ਦੀ ਅਰਦਾਸ ਸੀ, ਹਰ ਵਕਤ ਦੀ ਅਰਦਾਸ ਸੀ। ਕਿਉਂ? ਕਿਉਂਕਿ ਉੱਥੇ ਕੋਈ ਹੋਰ ਅਰਦਾਸ ਸੀ ਹੀ ਨਹੀਂ। ਨਾ ਤਾਂ ਉੱਥੇ ਮਕਾਨ ਦੀ ਮੰਗ ਸੀ, ਨਾ ਦੁਕਾਨ ਦੀ, ਨਾ ਕਿਸੇ ਸਾਜ਼ੋ ਸਮਾਨ ਦੀ। ਉੱਥੇ ਤਾਂ ਕੇਵਲ ਅਤੇ ਕੇਵਲ ਇੱਕ ਹੀ ਮੰਗ ਸੀ, ਇੱਥੋਂ ਬਾਹਰ ਕੱਢ, ਇੱਥੋਂ ਬਾਹਰ ਕੱਢ। ਇਸ ਲਈ ਬੇਣੀ ਜੀ ਮਹਾਰਾਜ ਕਹਿ ਰਹੇ ਹਨ, ਤੇ ਦਿਨ ਸੰਮਲ ਕਸ਼ਟ ਮਹਾ ਦੁੱਖ। ਉਹਨਾਂ ਦੁੱਖ ਵਾਲੇ ਕਸ਼ਟ ਵਾਲੇ ਦਿਨਾਂ ਨੂੰ ਯਾਦ ਕਰਕੇ ਦੇਖ। ਹੁਣ ਯਾਦ ਕਰੀਏ ਤਾਂ ਕਰੀਏ ਕਿਵੇਂ? ਕਿਉਂਕਿ ਉਹ ਦਿਨ ਤਾਂ ਚਾਹ ਕੇ ਵੀ ਕਿਸੇ ਨੂੰ ਯਾਦ ਆਉਂਦੇ ਨਹੀਂ। ਕਿਉਂ? ਆਪ ਨੇ ਕਿਹਾ, ਅਬ ਚਿਤ ਅਧਿਕ ਪਸਾਰਿਆ। ਕਿਉਂਕਿ ਹੁਣ ਅਸੀਂ ਆਪਣਾ ਮਨ ਹੀ ਇਸ ਸੰਸਾਰ ਵਿੱਚ ਬੜਾ ਫੈਲਾ ਲਿਆ ਹੈ। ਹੁਣ ਸਾਡੀਆਂ ਵਾਸਨਾਵਾਂ ਹੀ ਪੂਰੀਆਂ ਨਹੀਂ ਹੋ ਰਹੀਆਂ, ਜ਼ੁਬਾਨ ਦੇ ਸਵਾਦ ਪੂਰੇ ਨਹੀਂ ਹੋ ਰਹੇ, ਕੱਪੜਿਆਂ ਦੇ ਫੈਸ਼ਨ ਖਤਮ ਨਹੀਂ ਹੋ ਰਹੇ, ਅੱਖਾਂ ਰੂਪ ਦੇਖ ਕੇ ਤ੍ਰਿਪਤ ਨਹੀਂ ਹੋ ਰਹੀਆਂ। ਆਖਿਰ ਅਸੀਂ ਕਰ ਕੀ ਰਹੇ ਹਾਂ? ਜੇ ਮਾਤਾ ਦੇ ਗਰਭ ਵਿੱਚ ਉਹ ਆਪਣੀ ਜੋਤ ਦਾ ਕਨੈਕਸ਼ਨ ਸਾਡੇ ਨਾਲੋਂ ਤੋੜ ਲੈਂਦਾ ਤਾਂ ਇਸ ਦਾ ਨਤੀਜਾ ਕੀ ਹੁੰਦਾ? ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਮਾਤ ਗਰਭ ਮੇ ਆਪਨ ਸਿਮਰਨ ਦੇ, ਤਹੇ ਤੁਮ ਰਾਖਨ ਹਾਰੇ। ਕਹਿੰਦੇ ਹਨ, ਜੇ ਮਾਤਾ ਦੇ ਗਰਭ ਵਿੱਚ ਸਾਡਾ ਸਿਮਰਨ ਉਸ ਤੋਂ ਟੁੱਟ ਜਾਂਦਾ ਤਾਂ ਅਸੀਂ ਗਰਭ ਦੇ ਅੰਦਰ ਹੀ ਸੜ ਜਾਂਦੇ, ਇਹ ਦੁਨੀਆ ਹੀ ਨਾ ਦੇਖ ਪਾਉਂਦੇ। ਫਿਰ ਸਾਡੇ ਜਨਮ ਦਿਨ ਤੇ ਆ ਕੇ ਕਿਸੇ ਨੇ ਵਧਾਈ ਨਹੀਂ ਦੇਣੀ ਸੀ। ਜੋ ਵੀ ਆਉਂਦਾ ਅਫਸੋਸ ਕਰਨ ਲਈ ਹੀ ਆਉਂਦਾ। ਠੀਕ ਇਸੇ ਤਰ੍ਹਾਂ ਜਨਮ ਲੈਣ ਤੋਂ ਬਾਅਦ ਜਿਸ ਦਾ ਉਸ ਮਾਲਿਕ ਨਾਲ ਨਾਤਾ ਟੁੱਟ ਜਾਂਦਾ ਹੈ, ਉਸ ਦਾ ਜੀਵਨ ਸੜ ਜਾਂਦਾ ਹੈ। ਅਤੇ ਇਸ ਵਕਤ ਸੰਸਾਰ ਦੇ ਅੰਦਰ ਇਹੀ ਹੋ ਰਿਹਾ ਹੈ। ਆਪਨੇ ਵੀ ਇਹੀ ਕਿਹਾ, ਗਰਭ ਛੋੜ ਮ੍ਰਿਤ ਮੰਡਲ ਆਇਆ, ਤਉ ਨਰ ਹਰ ਮਨਹੂ ਬਿਸਾਰਿਆ। ਮਾਤਾ ਦੇ ਗਰਭ ਤੋਂ ਜਿਵੇਂ ਹੀ ਇਹ ਬਾਹਰ ਨਿਕਲਿਆ, ਭੁੱਲ ਗਿਆ, ਸੰਸਾਰ ਦੇ ਮ੍ਰਿਤਿੂ ਮੰਡਲ ਵਿੱਚ ਆ ਗਿਆ। ਇਹ ਜਗਤ ਮੌਤ ਦਾ ਤਮਾਸ਼ਾ ਹੈ। ਅਤੇ ਕੀ ਹੈ? ਇੱਥੇ ਲੋਕ ਆ ਰਹੇ ਹਨ, ਜਾ ਰਹੇ ਹਨ। ਸਾਡੇ ਤੋਂ ਪਹਿਲਾਂ ਨਾ ਜਾਣੇ ਕਿੰਨੇ ਇੱਥੇ ਆਏ, ਕਿੰਨੇ ਚਲੇ ਗਏ। ਇੱਥੇ ਸਭ ਕੁਝ ਚਲਾਏਮਾਨ ਹੈ, ਕੂੜ ਹੈ, ਝੂਠ ਹੈ। ਜਦੋਂ ਸਭ ਕੁਝ ਕੂੜ ਹੈ, ਝੂਠ ਹੈ, ਫਿਰ ਸੱਚ ਕੀ ਹੈ? ਸੱਚ ਉਹ ਹਰ ਹੈ। ਹਰ ਦਾ ਮਤਲਬ ਇਹੀ ਨਿਕਲਦਾ ਹੈ ਜੋ ਹਰ ਸਮੇਂ, ਹਰ ਵਕਤ, ਹਰ ਇੱਕ ਦੇ ਅੰਦਰ, ਹਰ ਇੱਕ ਦੇ ਦੁੱਖਾਂ ਨੂੰ ਹਰਨ ਵਾਲਾ ਹੈ। ਉਹ ਹਰ ਆਪਣਾ ਹੈ ਜਿਸ ਨੂੰ ਅਸੀਂ ਵਿਸਾਰ ਦਿੱਤਾ। ਕਿਉਂ? ਬਾਬਾ ਕਬੀਰ ਨੇ ਕਿਹਾ, ਸਭ ਕੁਝ ਆਪਣਾ, ਏਕ ਰਾਮ ਪਰਾਇਆ। ਹੁਣ ਸਰੀਰ ਆਪਣਾ ਹੈ, ਪਰਿਵਾਰ ਆਪਣਾ ਹੈ, ਕਾਰੋਬਾਰ ਆਪਣਾ ਹੈ, ਇੱਕ ਰਾਮ ਹੀ ਆਪਣਾ ਨਹੀਂ। ਕਿਉਂ? ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਸੁਤ ਕੰਚਨ ਸਿਓ ਹੇਤ ਵਧਾਇਆ। ਕਿਉਂਕਿ ਹੁਣ ਸੋਨੇ ਚਾਂਦੀ ਨਾਲ ਪਿਆਰ ਹੋ ਗਿਆ, ਜੜ ਅਤੇ ਚੇਤਨ ਮਾਇਆ ਨਾਲ ਸਾਡਾ ਪਿਆਰ ਹੋ ਗਿਆ। ਇਸ ਲਈ ਉਸ ਨੂੰ ਭੁਲਾ ਦਿੱਤਾ। ਕਿਉਂਕਿ ਹੁਣ ਉਸ ਦੀ ਕੀ ਲੋੜ ਹੈ? ਹੁਣ ਸੰਸਾਰ ਯਾਦ ਹੈ, ਵਿਕਾਰ ਯਾਦ ਹਨ, ਫਿਲਮ ਸਟਾਰ ਯਾਦ ਹਨ। ਅਤੇ ਜੇ ਅੱਗੇ ਵੀ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਇਸ ਦਾ ਨਤੀਜਾ ਕੀ ਹੋਵੇਗਾ? ਉਸ ਦੇ ਬਾਰੇ ਆਪ ਅੱਗੇ ਦੱਸ ਰਹੇ ਹਨ। ਫਿਰ ਪਛਤਾਵੇਗਾ ਮੂੜੀਆ, ਤੂੰ ਕਵਨ ਕੁਮਤ ਭ੍ਰਮ ਲਾਗਾ, ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਨ ਵਿਚਰੇ ਅਨਰਾਧਾ। ਆਪ ਫਰਮਾਉਂਦੇ ਹਨ, ਇਨਸਾਨ ਦਾ ਚੋਲਾ ਮਿਲਣ ਦੇ ਬਾਵਜੂਦ ਜੇ ਤੂੰ ਉਸ ਮਾਲਿਕ ਨੂੰ ਯਾਦ ਨਹੀਂ ਰੱਖਿਆ, ਉਸ ਨੂੰ ਭੁਲਾ ਦਿੱਤਾ, ਤਾਂ ਤੂੰ ਪਛਤਾਏਂਗਾ ਜਿਵੇਂ ਕੋਈ ਜੁਆਰੀ ਹਾਰ ਕੇ ਪਛਤਾਉਂਦਾ ਹੈ।
ਬਾਬਾ ਕਬੀਰ ਦੇ ਬੋਲ ਹਨ, ਚਲੇ ਜੁਆਰੀ ਦੋ ਹੱਥ ਝਾੜ। ਆਪ ਫਰਮਾਉਂਦੇ ਹਨ, ਜੁਆਰੀ ਤਾਂ ਅੱਜ ਦਾ ਹਾਰਿਆ ਸ਼ਾਇਦ ਕੱਲ ਜਿੱਤ ਜਾਵੇਗਾ, ਕੱਲ ਦਾ ਹਾਰਿਆ ਸ਼ਾਇਦ ਪਰਸੋਂ ਜਿੱਤ ਜਾਵੇਗਾ, ਪਰ ਤੂੰ ਜ਼ਿੰਦਗੀ ਦੀ ਬਾਜ਼ੀ ਜੇ ਇੱਕ ਵਾਰ ਹਾਰ ਗਿਆ ਤਾਂ ਮੁੜ ਕੇ ਕਦੇ ਨਹੀਂ ਜਿੱਤੇਗਾ, ਕਿਉਂਕਿ ਇਹ ਸਵਾਸ ਮੁੜ ਕੇ ਵਾਪਸ ਨਹੀਂ ਆਉਂਦੇ। ਪੰਜਵੇਂ ਪਾਤਸ਼ਾਹ ਦੇ ਬੋਲ ਹਨ, ਤਰਵਰ ਵਿਛੁੰਨੇ ਪਾਤ। ਪੇੜ ਤੋਂ ਪੱਤਾ ਟੁੱਟ ਜਾਵੇ ਤਾਂ ਹਵਾ ਦੇ ਵਸ ਵਿੱਚ ਹੋ ਜਾਂਦਾ ਹੈ, ਫਿਰ ਉਸ ਦਾ ਆਪਣਾ ਕੋਈ ਵਸ ਨਹੀਂ ਚੱਲਦਾ। ਹੁਣ ਹਵਾ ਉਸ ਨੂੰ ਸੜਕ ਤੇ ਸੁੱਟੇਗੀ, ਪਾਣੀ ਵਿੱਚ ਸੁੱਟੇਗੀ, ਕਿਤੇ ਗੰਦਗੀ ਦੇ ਢੇਰ ਤੇ ਜਾ ਕੇ ਪਵੇਗਾ ਜਾਂ ਬਲਦੀ ਅੱਗ ਵਿੱਚ ਸੜੇਗਾ, ਕੁਝ ਪਤਾ ਨਹੀਂ। ਇਸੇ ਤਰ੍ਹਾਂ ਸਾਡੀ ਜੀਵਾਤਮਾ ਜਿਵੇਂ ਹੀ ਇਸ ਸਰੀਰ ਤੋਂ ਨਿਕਲ ਗਈ, ਇਸ ਦਾ ਵੀ ਕੋਈ ਵਸ ਨਹੀਂ ਚੱਲੇਗਾ। ਜਿਵੇਂ ਜਿਵੇਂ ਕਰਮ ਕੀਤੇ ਹੋਣਗੇ, ਜਮਦੂਤ ਉਸੇ ਮੁਤਾਬਕ ਇਸ ਨੂੰ ਅਗਲੀ ਜੂਨ ਵਿੱਚ ਛੱਡ ਆਉਣਗੇ ਅਤੇ ਉਸ ਵਕਤ ਆਪ ਫਰਮਾਉਂਦੇ ਹਨ, ਤੂੰ ਪਛਤਾਏਂਗਾ ਅਤੇ ਮੰਗੇਂਗਾ, हे ਪਰਮੇਸ਼ਵਰ 2-4 ਦਿਨ ਹੋਰ ਦੇ ਦੇ, ਮੈਂ ਤੈਨੂੰ ਯਾਦ ਕਰਾਂਗਾ। ਅਤੇ ਉਸ ਵਕਤ ਇਹ ਦਿਨ ਦੁਬਾਰਾ ਨਹੀਂ ਮਿਲਣਗੇ। ਸਾਰੀ ਜ਼ਿੰਦਗੀ ਦੀ ਕਮਾਈ ਹੋਈ ਦੌਲਤ ਦੇ ਕੇ ਵੀ ਇੱਕ ਸਵਾਸ ਵੀ ਮੰਗਾਂਗੇ ਤਾਂ ਉਹ ਵੀ ਨਹੀਂ ਮਿਲੇਗਾ। ਐਵੇਂ ਹੀ ਨਹੀਂ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਦਮ-ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਸਨੇ ਗਰਭ ਦੇ ਅੰਦਰ ਵੀ ਸਾਡੀ ਸਵਾਸ ਸੰਭਾਲ ਕੀਤੀ, ਹੁਣ ਵੀ ਕਰ ਰਿਹਾ ਹੈ ਅਤੇ ਅਸੀਂ ਇੱਕ ਸਵਾਸ ਉਸ ਲਈ ਖਰਚ ਕਰਨ ਨੂੰ ਤਿਆਰ ਨਹੀਂ। ਅੱਧਾ ਫਰਜ਼ ਪਰਮੇਸ਼ਵਰ ਦਾ ਹੈ ਅਤੇ ਅੱਧਾ ਸਾਡਾ। ਉਹ ਆਪਣਾ ਫਰਜ਼ ਨਿਭਾ ਰਿਹਾ ਹੈ, ਪਰ ਅਸੀਂ ਆਪਣਾ ਫਰਜ਼ ਨਹੀਂ ਨਿਭਾ ਰਹੇ। ਉਹ ਸਭ ਦੇ ਨਾਲ ਹੈ, ਲੇਕਿਨ ਉਸ ਦੇ ਨਾਲ ਕੋਈ ਵਿਰਲਾ ਹੀ ਹੈ। ਕਿਉਂਕਿ ਹੁਣ ਸਾਨੂੰ ਭਰਮ ਹੋ ਗਿਆ ਹੈ। ਇਸ ਸੰਸਾਰ ਵਿੱਚ ਆ ਕੇ ਭਰਮ ਹੋ ਗਿਆ ਹੈ ਕਿ ਇਹ ਸੰਸਾਰ ਹੀ ਸੱਚ ਹੈ। ਇਸੇ ਲਈ ਤਾਂ ਦਿਨ ਰਾਤ ਇਸ ਨੂੰ ਹਾਸਿਲ ਕਰਨ ਲਈ ਅਸੀਂ ਯਤਨ ਕਰ ਰਹੇ ਹਾਂ। ਆਪ ਫਰਮਾਉਂਦੇ ਹਨ, ਤੂੰ ਕਵਨ ਕੁਮਤ ਭਰਮ ਲਾਗਾ। ਭਰਮ ਕੀ ਹੈ? ਜੋ ਹੋਵੇ ਨਾ ਪਰ ਪ੍ਰਤੀਤ ਹੋਵੇ ਕਿ ਹੈ, ਉਸ ਨੂੰ ਭਰਮ ਕਹਿੰਦੇ ਹਨ। ਜਿਵੇਂ ਸੰਸਾਰ ਵਿੱਚ ਸੁੱਖ ਅਤੇ ਦਰਪਣ ਵਿੱਚ ਮੁਖ ਹੁੰਦਾ ਨਹੀਂ, ਪਰ ਦਿਖਦਾ ਤਾਂ ਹੈ। ਠੀਕ ਐਸੇ ਤਰ੍ਹਾਂ ਜਿੰਨਾ ਵੱਡਾ ਭਰਮ ਹੁੰਦਾ ਹੈ, ਓਨਾ ਵੱਡਾ ਧੋਖਾ ਹੁੰਦਾ ਹੈ, ਅਤੇ ਜਿੰਨਾ ਵੱਡਾ ਧੋਖਾ ਹੁੰਦਾ ਹੈ, ਓਨਾ ਵੱਡਾ ਪਛਤਾਵਾ ਹੁੰਦਾ ਹੈ। ਆਪ ਫਰਮਾਉਂਦੇ ਹਨ, ਜੇ ਤੂੰ ਇਸ ਵਾਰ-ਵਾਰ ਹੋ ਰਹੇ ਜਨਮ ਮਰਨ ਦੇ ਪਛਤਾਵੇ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਚੇਤ ਰਾਮ ਭਾਵ ਪਰਮਾਤਮਾ ਨੂੰ ਚੇਤ, ਯਾਦ ਕਰ, ਉਸ ਦਾ ਸਿਮਰਨ ਕਰ। ਪਰਮਾਤਮਾ ਸਭ ਜਗ੍ਹਾ ਹੈ, ਕੇਵਲ 2 ਜਗ੍ਹਾ ਨਹੀਂ। ਇੱਕ ਜੀਵ ਦੀ ਸਮਝ ਵਿੱਚ ਨਹੀਂ, ਦੂਜਾ ਜੀਵ ਦੇ ਚਿੱਤ ਵਿੱਚ ਨਹੀਂ। ਕਈ ਵਾਰ ਗੱਡੀ ਦੀ ਚਾਬੀ ਜੇਬ ਵਿੱਚ ਹੁੰਦੀ ਹੈ, ਲੇਕਿਨ ਯਾਦ ਵਿੱਚ ਨਹੀਂ, ਇਸ ਲਈ ਸਭ ਜਗ੍ਹਾ ਲੱਭਦੇ ਫਿਰਦੇ ਹਾਂ। ਇਸੇ ਤਰ੍ਹਾਂ ਪਰਮਾਤਮਾ ਵੀ ਸਭ ਜਗ੍ਹਾ ਹੈ, ਲੇਕਿਨ ਸਾਡੀ ਯਾਦ ਵਿੱਚ ਨਹੀਂ ਹੈ। ਅਤੇ ਜੇ ਹੁਣ ਵੀ ਅਸੀਂ ਉਸ ਨੂੰ ਆਪਣੀ ਯਾਦ ਵਿੱਚ ਨਹੀਂ ਬਿਠਾਉਂਦੇ ਤਾਂ ਇਸ ਦਾ ਨਤੀਜਾ ਕੀ ਹੋਵੇਗਾ? ਆਪ ਫਰਮਾਉਂਦੇ ਹਨ, ਨਾ ਹੀ ਜੰਮਪੁਰ ਜਾਹੇਗਾ। ਯਾਦ ਰੱਖੀ, ਜਮਾਂ ਦੀ ਮਾਰ ਸਹਿਣੀ ਪਵੇਗੀ। 84 ਲੱਖ ਜੂਨਾਂ ਵਿੱਚ ਭਟਕਾਂਗੇ ਅਤੇ ਫਿਰ ਤੋਂ ਦੁੱਖ ਭੋਗਾਂਗੇ। ਕਿਉਂ? ਆਪ ਨੇ ਕਿਹਾ, ਜਨ ਵਿਚਰੇ ਅਨਰਾਧਾ। ਇੱਥੇ ਜਨ ਦਾ ਮਤਲਬ ਹੈ ਜਾਣੋ, ਕਿਉਂਕਿ ਅਸੀਂ ਬੜੇ ਗਲਤ ਰਸਤੇ ਤੇ ਚੱਲ ਰਹੇ ਹਾਂ, ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਅਨਰਾਧਾ ਦਾ ਮਤਲਬ ਇਹੀ ਨਿਕਲਦਾ ਹੈ, ਪੁੱਠੇ ਰਸਤੇ ਤੇ। ਬੰਦਾ ਮਿੱਤਰ ਦੇ ਕਹਿਣ ਤੇ ਸ਼ਰਾਬ ਤਾਂ ਪੀ ਲੈਂਦਾ ਹੈ, ਯਾਰਾਂ ਦੋਸਤਾਂ ਦੇ ਕਹਿਣ ਤੇ ਪਾਰਟੀਆਂ ਕਰ ਲੈਂਦਾ ਹੈ, ਦੁਨੀਆ ਜਹਾਨ ਦੀ ਸੈਰ ਤੇ ਨਿਕਲ ਜਾਂਦਾ ਹੈ, ਪਰ ਗੁਰੂ ਦੇ ਕਹਿਣ ਤੇ ਸਿਮਰਨ ਨਹੀਂ ਕਰਦਾ। ਫਿਰ ਜੀਵਨ ਦੇ ਅੰਦਰ ਗਿਰਾਵਟ ਆਉਣੀ ਤਾਂ ਲਾਜ਼ਮੀ ਹੈ। ਜਦੋਂ ਸਿਮਰਨ ਹੀ ਨਹੀਂ ਕਰਦਾ ਤਾਂ ਜਿਵੇਂ ਜਿਸ ਧਰਤੀ ਤੇ ਜੇ ਕੁਝ ਨਹੀਂ ਬੀਜਿਆ ਜਾਂਦਾ, ਉੱਥੇ ਵੀ ਆਪਣੇ ਆਪ ਝਾੜੀਆਂ ਅਤੇ ਕੰਡੇ ਤਾਂ ਉੱਗ ਹੀ ਆਉਂਦੇ ਹਨ। ਠੀਕ ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਮਾਲਿਕ ਦੇ ਨਾਮ ਦਾ ਸਿਮਰਨ ਨਹੀਂ, ਉੱਥੇ ਔਗੁਣ ਤਾਂ ਪੈਦਾ ਹੋਣਗੇ ਹੀ। ਅਤੇ ਇਸ ਗੱਲ ਦਾ ਹੋਰ ਖੁਲਾਸਾ ਆਪ ਅੱਗੇ ਕਰ ਰਹੇ ਹਨ। ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹਿ ਵਿਆਪੈ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। जप तप संजम छोड़ सुकृत मत, राम नाम न आराध्या। उछलिया काम काल मत लागी, तो आन शक्ति गले बांध्या। बाल बिनोद चिंद रस लागा, खिन खिन मोहे व्यापै। पहली स्टेज ते बच्चे दा मोह ही वधदा है। जो उसनू ज्यादा चुकदा है, उसे नाल उसदा मोह हो जांदा है। पछाणदा है कि ये माँ है, ये प्यो है, ये भरा है, ये भैण है। ਫਿਰ ਹੌਲੀ-ਹੌਲੀ ਕਾਮ, ਕ੍ਰੋਧ, ਲੋਭ ਅਤੇ ਅਹੰਕਾਰ ਵੀ ਵੱਧਦੇ ਹਨ, ਜਿਸ ਦੇ ਬਾਰੇ ਆਪਨੇ ਕਿਹਾ, ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਹੁਣ ਜਿਵੇਂ-ਜਿਵੇਂ ਇਹ ਵੱਡਾ ਹੋਣ ਲੱਗਦਾ ਹੈ, ਵੈਸੇ-ਵੈਸੇ ਇਹ ਵਿਸ਼ੇ ਵਿਕਾਰਾਂ ਦੇ ਰਸ ਵੀ ਇਕੱਠੇ ਕਰਨ ਲੱਗਦਾ ਹੈ। ਕਿਉਂਕਿ ਹੁਣ ਇਹ ਪੰਜੇ ਵਿਕਾਰ ਇਸ ਦੇ ਅੰਦਰ ਜਾਗਦੇ ਹਨ, ਅਤੇ ਜਿਵੇਂ-ਜਿਵੇਂ ਇਹ ਇਹਨਾਂ ਵਿਕਾਰਾਂ ਨਾਲ ਜੁੜੇਗਾ, ਵੈਸੇ-ਵੈਸੇ ਇਹ ਪਰਮਾਤਮਾ ਤੋਂ ਦੂਰ ਹੁੰਦਾ ਜਾਵੇਗਾ। ਗੁਰੂ ਅਮਰਦਾਸ ਜੀ ਦੇ ਬੋਲ ਹਨ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਕਿਉਂਕਿ ਜਿਵੇਂ ਹੀ ਉਸ ਮਾਲਿਕ ਨਾਲ ਇਸ ਦੀ ਲਿਵ ਟੁੱਟੀ, ਇਹ ਇਸ ਮਾਇਆਵੀ ਸੰਸਾਰ ਦੇ ਦਾਇਰੇ ਵਿੱਚ ਆ ਗਿਆ। ਇਸੇ ਲਈ ਤਾਂ ਦੂਜੇ ਚੱਕਰਾਂ ਵਿੱਚ ਉਲਝ ਗਿਆ।
ਕਿਉਂਕਿ ਹੁਣ ਇਸ ਨੂੰ ਭਲਾ ਬੁਰਾ ਸਮਝ ਨਹੀਂ ਆਉਂਦਾ। ਜਿਸ ਨੂੰ ਭਲਾ ਸਮਝਦਾ ਹੈ ਉਹ ਹੈ ਬੁਰਾ, ਜਿਸ ਨੂੰ ਇਹ ਅੰਮ੍ਰਿਤ ਸਮਝਦਾ ਹੈ ਉਹ ਹੈ ਜ਼ਹਿਰ। ਪੰਜਵੇਂ ਪਾਤਸ਼ਾਹ ਦੇ ਬੋਲ ਹਨ, ਅੰਮ੍ਰਿਤ ਕੌੜਾ ਬਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। ਕਿਉਂਕਿ ਜਿਵੇਂ ਜਿਵੇਂ ਜਵਾਨੀ ਨਜ਼ਦੀਕ ਆਉਂਦੀ ਹੈ, ਵਿਸ਼ੇ ਵਿਕਾਰਾਂ ਦੀ ਬ੍ਰਿਤੀ ਵੀ ਵੱਧਦੀ ਚਲੀ ਜਾਂਦੀ ਹੈ। ਉਹ ਇਸ ਲਈ ਕਿਉਂਕਿ ਆਪ ਨੇ ਕਿਹਾ, ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਮਤ ਮੈਲੀ ਹੋਣੀ ਹੀ ਸੀ। ਜਦੋਂ ਇਸ ਨੇ ਜਪ ਛੱਡ ਦਿੱਤਾ, ਤਪ ਛੱਡ ਦਿੱਤਾ, ਸੰਜਮ ਛੱਡ ਦਿੱਤਾ। ਯਾਦ ਰੱਖੋ, ਹਵਾ ਜੇ ਸੰਜਮ ਵਿੱਚ ਹੈ ਤਾਂ ਸਾਨੂੰ ਜੀਵਨ ਦੇ ਰਹੀ ਹੈ। ਜੇ ਤੂਫਾਨ ਬਣ ਜਾਵੇ ਤਾਂ ਫਿਰ ਘਰ ਉਜਾੜ ਕੇ ਰੱਖ ਦੇਵੇਗੀ। ਅੱਗ ਸੰਜਮ ਵਿੱਚ ਹੈ ਤਾਂ ਸਾਡੇ 36 ਪ੍ਰਕਾਰ ਦੇ ਭੋਜਨ ਪਕਾ ਰਹੀ ਹੈ। ਜੇ ਸਿਲੰਡਰ ਫਟ ਜਾਵੇ ਤਾਂ ਤਬਾਹੀ ਮਚਾ ਦੇਵੇਗੀ। ਠੀਕ ਇਸੇ ਤਰ੍ਹਾਂ ਇਸ ਦੇ ਅੰਦਰ ਵੀ ਇਹ ਵਿਕਾਰ ਹੁਣ ਫਟਣ ਲੱਗਦੇ ਹਨ, ਕਿਉਂਕਿ ਬਚਪਨ ਚਲਾ ਗਿਆ, ਜਵਾਨੀ ਆ ਗਈ। ਕਾਮ ਚਾਹੀਦਾ ਹੈ, ਸੰਜਮ ਵਿੱਚ ਹੋਵੇ ਤਾਂ ਸੰਸਾਰ ਦੀ ਉਤਪਤੀ ਹੋਵੇਗੀ। ਪੈਟਰੋਲ ਚਾਹੀਦਾ ਹੈ ਗੱਡੀ ਚਲਾਉਣ ਲਈ, ਇਸੇ ਤਰ੍ਹਾਂ ਕਾਮ ਵੀ ਚਾਹੀਦਾ ਹੈ ਜ਼ਿੰਦਗੀ ਚਲਾਉਣ ਲਈ। ਪਰ ਕਾਮ ਨੂੰ ਕੋਈ ਸੰਜਮ ਹੀ ਨਹੀਂ, ਬ੍ਰੇਕ ਹੀ ਨਹੀਂ, ਤਾਂ ਉਹ ਦੁਰਾਚਾਰੀ ਹੈ। ਗੱਡੀ ਵਿੱਚ ਪੈਟਰੋਲ ਤਾਂ ਹੈ, ਲੇਕਿਨ ਰੇਡੀਏਟਰ ਦੇ ਅੰਦਰ ਕੂਲੈਂਟ ਹੀ ਨਹੀਂ, ਤਾਂ ਇੰਜਨ ਤਾਂ ਨਸ਼ਟ ਹੋ ਜਾਵੇਗਾ। ਗੱਡੀ ਜ਼ਿਆਦਾ ਤੋਂ ਜ਼ਿਆਦਾ 2-4 ਕਿਲੋਮੀਟਰ ਹੀ ਚੱਲ ਪਾਵੇਗੀ। ਇਸੇ ਤਰ੍ਹਾਂ ਜਵਾਨੀ ਨਸ਼ਟ ਹੋ ਜਾਵੇਗੀ ਅਤੇ ਹੋ ਰਹੀ ਹੈ। ਕਿਉਂਕਿ ਇੰਦਰੀਆਂ ਤੇ ਕੋਈ ਸੰਜਮ ਨਹੀਂ ਰਿਹਾ। ਅੱਖਾਂ ਨੂੰ ਜੋ ਨਹੀਂ ਦੇਖਣਾ ਚਾਹੀਦਾ ਉਹ ਦੇਖ ਰਹੀਆਂ ਹਨ, ਰੋਜ਼ਾਨਾ ਦੇਖ ਰਹੀਆਂ ਹਨ। ਕੰਨਾਂ ਨੂੰ ਜੋ ਨਹੀਂ ਸੁਣਨਾ ਚਾਹੀਦਾ ਉਹ ਵਾਰ-ਵਾਰ ਸੁਣ ਰਹੇ ਹਨ। ਜ਼ੁਬਾਨ ਨੂੰ ਜੋ ਨਹੀਂ ਬੋਲਣਾ ਚਾਹੀਦਾ ਬੋਲ ਵੀ ਰਹੀ ਹੈ ਅਤੇ ਖਾ ਵੀ ਰਹੀ ਹੈ। ਹੱਥਾਂ ਨੂੰ ਜੋ ਕੰਮ ਨਹੀਂ ਕਰਨਾ ਚਾਹੀਦਾ ਉਹ ਕਰ ਰਹੇ ਹਨ। ਪੈਰਾਂ ਨੂੰ ਜਿੱਥੇ ਚੱਲ ਕੇ ਨਹੀਂ ਜਾਣਾ ਚਾਹੀਦਾ, ਰੋਜ਼ਾਨਾ ਸ਼ਾਮ ਨੂੰ ਉੱਥੇ ਹੀ ਜਾ ਰਹੇ ਹਨ। ਫਿਰ ਬੁੱਧੀ ਨੂੰ ਜੋ ਫੈਸਲਾ ਕਰਨਾ ਚਾਹੀਦਾ ਹੈ ਉਹ ਨਹੀਂ ਕਰ ਰਹੀ। ਕਿਉਂ? ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਹਾਲਾਤ ਨੂੰ ਦੇਖਦੇ ਹੋਏ ਫਰਮਾਇਆ ਹੈ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਕਹਿੰਦੇ ਹਨ ਇਸ ਯੁੱਗ ਦੇ ਅੰਦਰ ਅਜਿਹਾ ਲੱਗਦਾ ਹੈ ਕਿ ਸ਼ਰਮ ਅਤੇ ਧਰਮ ਹਮੇਸ਼ਾ ਲਈ ਕਿਤੇ ਲੁਕ ਗਏ ਹਨ, ਕਿਤੇ ਨਜ਼ਰ ਨਹੀਂ ਆਉਂਦੇ। ਹਰ ਜਗ੍ਹਾ ਕੂੜ ਹੀ ਕੂੜ ਦਾ ਪਸਾਰਾ ਹੈ। ਇਸ ਗੱਲ ਨੂੰ ਕਹਿਣ ਦਾ ਭਾਵ ਸਿਰਫ ਇੰਨਾ ਹੈ ਕਿ ਜਿਸ ਤਨ ਤੇ ਸ਼ਰਮ ਦਾ ਲਿਬਾਸ ਨਹੀਂ, ਉਹ ਮਨ ਜ਼ਿਆਦਾ ਸਮੇਂ ਤੱਕ ਧਾਰਮਿਕ ਨਹੀਂ ਰਹਿ ਸਕਦਾ। ਜਿਨ੍ਹਾਂ ਅੱਖਾਂ ਵਿੱਚ ਸ਼ਰਮ ਨਹੀਂ, ਉਸ ਹਿਰਦੇ ਵਿੱਚ ਕਦੇ ਵੀ ਧਰਮ ਟਿਕ ਨਹੀਂ ਸਕਦਾ। ਕਿਉਂਕਿ ਧਰਮ ਦਾ ਬੂਟਾ ਜਪ ਤੋਂ ਸ਼ੁਰੂ ਹੁੰਦਾ ਹੈ ਅਤੇ ਜਪ ਇੱਕ ਬੀਜ ਹੈ ਜੋ ਸਿਮਰਨ ਤੋਂ ਉਪਜਦਾ ਹੈ, ਸੇਵਾ ਤੋਂ ਪਲਦਾ ਹੈ, ਪਰਉਪਕਾਰ ਤੋਂ ਫਲਦਾ ਹੈ, ਹੰਕਾਰ ਤੋਂ ਸੜਦਾ ਹੈ, ਕ੍ਰੋਧ ਤੋਂ ਸੁੱਕਦਾ ਹੈ ਅਤੇ ਅਭਿਮਾਨ ਤੋਂ ਨਸ਼ਟ ਹੋ ਜਾਂਦਾ ਹੈ। ਇਸ ਲਈ ਤਾਂ ਪ੍ਰਾਰਥਨਾ ਭਰੇ ਲਹਿਜੇ ਵਿੱਚ ਪੰਜਵੇਂ ਪਾਤਸ਼ਾਹ ਨੇ ਕਿਹਾ ਕਿ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਕਹਿੰਦੇ ਹਨ, ਹੇ ਸਤਿਗੁਰੂ, ਕਿਰਪਾ ਕਰ ਸਾਡੀ ਚੋਲੀ ਵਿੱਚ ਤੂੰ ਵਿਵੇਕ ਬੁੱਧੀ ਪਾ। ਕਿਉਂਕਿ ਜਿਸ ਨੂੰ ਵਿਵੇਕ ਬੁੱਧੀ ਆ ਗਈ ਉਹ ਫਿਰ ਗਲਤ ਕੰਮ ਨਹੀਂ ਕਰੇਗਾ। ਮਨ ਦਾ ਕੰਮ ਹੈ ਸ਼ਰਾਰਤ ਕਰਨਾ, ਉਹ ਕਰੇਗਾ, ਪਰ ਲਗਾਮ ਹੈ ਬੁੱਧੀ ਜੋ ਉਸ ਨੂੰ ਰੋਕ ਲਵੇਗੀ। ਅਤੇ ਜਿਸ ਨੂੰ ਵੀ ਗੁਰੂ ਦੀ ਮੱਤ ਆ ਗਈ ਅਤੇ ਇਹ ਮੱਤ ਜੇ ਉਸ ਦੀ ਨਿਰੰਤਰ ਚਲਦੀ ਰਹੀ ਤਾਂ ਇਸ ਦਾ ਨਤੀਜਾ ਕੀ ਹੋਵੇਗਾ? ਤੀਸਰੇ ਪਾਤਸ਼ਾਹ ਨੇ ਫਰਮਾਇਆ, ਸਤਿਗੁਰ ਕੀ ਮੱਤ ਜਿਨ ਲਈ, ਸੋ ਸਤਿਗੁਰ ਮਾਹੇ ਸਮਾਨਾ। ਕਹਿੰਦੇ ਹਨ ਉਹ ਤਾਂ ਆਪਣੇ ਗੁਰੂ ਦੇ ਅੰਦਰ ਹੀ ਸਮਾ ਜਾਵੇਗਾ। ਦੁਨੀਆ ਵਿੱਚ ਹਰ ਇੱਕ ਇਨਸਾਨ ਕਿਤੇ ਨਾ ਕਿਤੇ ਜਾਂਦਾ ਹੈ। ਕੋਈ ਮੰਦਿਰ, ਮਸਜਿਦ, ਗੁਰਦੁਆਰਿਆਂ ਵਿੱਚ ਜਾਂਦੇ ਹਨ, ਕੋਈ ਗਿਰਜਾ ਘਰਾਂ ਵਿੱਚ ਜਾਂਦੇ ਹਨ, ਕੋਈ ਕਿਤੇ ਹੋਰ ਜਾਂਦੇ ਹਨ। ਉੱਥੇ ਜਾ ਕੇ ਅਸੀਂ ਦਾਨ ਪੁੰਨ ਵੀ ਕਰਦੇ ਹਾਂ, ਕਿਤੇ ਰੁਮਾਲ ਚੜਾਉਂਦੇ ਹਾਂ, ਕਿਤੇ ਚਾਦਰ ਚੜਾਉਂਦੇ ਹਾਂ, ਕਿਤੇ ਕੁਝ ਹੋਰ ਵੀ ਚੜਾਉਂਦੇ ਹਾਂ। ਲੇਕਿਨ ਵਾਪਸ ਆਉਂਦੇ ਵਕਤ ਉਹਨਾਂ ਚੀਜ਼ਾਂ ਨੂੰ ਅਸੀਂ ਚੁੱਕ ਕੇ ਨਹੀਂ ਲਿਆਉਂਦੇ। ਪਰ ਅਫਸੋਸ, ਬੰਦਾ ਥੋੜੀ ਦੇਰ ਸਤਸੰਗ ਵਿੱਚ ਆਉਂਦਾ ਹੈ, ਆਪਣੀ ਮੱਤ ਨੂੰ ਆਪਣੇ ਗੁਰੂ ਦੇ ਅੱਗੇ ਰੱਖਦਾ ਹੈ ਅਤੇ ਵਾਪਸ ਜਾਂਦੇ ਵਕਤ ਆਪਣੀ ਮੱਤ ਨੂੰ ਫਿਰ ਤੋਂ ਚੁੱਕ ਕੇ ਲੈ ਜਾਂਦਾ ਹੈ। ਫਿਰ ਜੀਵਨ ਬਦਲੇ ਤਾਂ ਬਦਲੇ ਕਿਵੇਂ? ਕਿਉਂਕਿ ਆਪ ਨੇ ਕਿਹਾ, ਰਾਮ ਨਾਮ ਨਾ ਆਰਾਧਿਆ। ਹੁਣ ਭਗਵਾਨ ਦਾ ਨਾਮ ਕਿਸ ਨੂੰ ਯਾਦ ਹੈ? ਸੰਸਾਰ ਯਾਦ ਹੈ, ਕਾਰੋਬਾਰ ਯਾਦ ਹੈ, ਫਿਲਮ ਸਟਾਰ ਯਾਦ ਹਨ। ਛੋਟਾ ਜਿਹਾ ਬੱਚਾ ਵੀ ਦੱਸ ਦਿੰਦਾ ਹੈ ਕਿ ਇਹ ਐਕਟਰ ਕਿਹੜਾ ਹੈ, ਇਹ ਖਿਡਾਰੀ ਕਿਹੜਾ ਹੈ, ਪਰ ਸਤਸੰਗ ਵਿੱਚ ਸ਼ਬਦ ਕਿਹੜੇ ਮਹਾਤਮਾ ਦਾ ਹੈ ਨਹੀਂ ਪਤਾ। ਕਿਉਂ? ਆਪ ਨੇ ਕਿਹਾ, ਉਛਲਿਆ ਕਾਮ ਕਾਲ ਮਤ ਲਾਗੀ, ਤੋਂ ਆਨ ਸਕਤ ਗਲ ਬਾਂਧਿਆ। ਕਿਉਂਕਿ ਕਾਮ ਨੇ ਆ ਕੇ ਅੱਖਾਂ ਤੇ ਅਜਿਹਾ ਪਰਦਾ ਪਾ ਦਿੱਤਾ। ਹਰ ਇੱਕ ਦੇ ਅੰਦਰ 3 ਵਾਸਨਾਵਾਂ ਪ੍ਰਧਾਨ ਹੁੰਦੀਆਂ ਹਨ। ਪਹਿਲੀ ਕਾਮ ਵਾਸਨਾ, ਦੂਜੀ ਲੋਭ ਵਾਸਨਾ ਅਤੇ ਤੀਜੀ ਹੰਕਾਰ ਵਾਸਨਾ। ਅਤੇ ਜੋ ਹੰਕਾਰ ਦੀ ਪੂਰਤੀ ਕਰ ਦਵੇ ਉਸ ਨਾਲ ਮੋਹ ਹੋ ਜਾਂਦਾ ਹੈ। ਜੋ ਰੁਕਾਵਟ ਖੜੀ ਕਰ ਦਵੇ ਉਸ ਨਾਲ ਕ੍ਰੋਧ ਹੋ ਜਾਂਦਾ ਹੈ।
ਅਤੇ ਜਦੋਂ ਕਾਮਰਸ ਜ਼ਿਆਦਾ ਉਤੇਜਿਤ ਹੋ ਗਿਆ ਤਾਂ ਘਰ ਵਾਲਿਆਂ ਨੇ ਕੀ ਕੀਤਾ? ਕਹਿੰਦੇ ਹਨ ਤਾਂ ਆਨ ਸਕਤ ਗਲ ਬਾਂਧਿਆ। ਘਰ ਵਾਲਿਆਂ ਨੇ ਇਸ ਦੀ ਸ਼ਾਦੀ ਕਰ ਦਿੱਤੀ। ਸਕਤ ਦਾ ਮਤਲਬ ਇਸਤਰੀ ਹੁੰਦਾ ਹੈ। ਕਹਿੰਦੇ ਹਨ ਇਸ ਦਾ ਵਿਆਹ ਕਰ ਦਿੱਤਾ। ਲੇਕਿਨ ਵਿਆਹ ਹੋਣ ਤੋਂ ਬਾਅਦ ਇਸ ਦੀ ਕਿਹੋ ਜਿਹੀ ਅਵਸਥਾ ਰਹੀ, ਉਸ ਦਾ ਖੁਲਾਸਾ ਆਪ ਅੱਗੇ ਕਰ ਰਹੇ ਹਨ। ਅਗਲੀਆਂ ਪੰਕਤੀਆਂ। ਤਰੁਣ ਤੇਜ ਪਰ ਤ੍ਰਿਮੁਖ ਜੋਹੇ, ਸਰ ਅਪਸਰ ਨ ਪਛਾਣਿਆ। ਉਨਮਤ ਕਾਮ ਮਹਾ ਬਿਖ ਪੂਲੇ, ਪਾਪ ਪੁੰਨ ਨ ਪਛਾਣਿਆ। ਸੁਤ ਸੰਪਤ ਦੇਖ ਇਹੋ ਮਨ ਗਰਬਿਆ, ਰਾਮ ਹਿਰਦੇ ਤੇ ਖੋਇਆ। ਅਵਰ ਮੂਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਵਿਗੋਇਆ। ਤਰੁਣ ਤੇਜ ਪਰ ਤ੍ਰਿਮੁਖ ਜੋ ਹੈ, ਸਰ ਅਪਸਰ ਨਾ ਪਛਾਣਿਆ। ਜਵਾਨੀ ਦੇ ਕਾਮ ਦੇ ਨਸ਼ੇ ਵਿੱਚ ਕਈਆਂ ਨੂੰ ਆਪਣੇ ਘਰ ਤੇ ਹੀ ਸੰਤੋਸ਼ ਨਹੀਂ ਹੁੰਦਾ, ਜਦ ਕਿ ਦਸਮ ਪਾਤਸ਼ਾਹ ਹਦਾਇਤ ਦਿਆ ਕਰਦੇ ਸਨ ਕਿ ਨਿਜ ਨਾਰੀ ਕੇ ਸੰਗ ਨਿਹ ਤੁਮ ਬੜ੍ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨ ਜਈਓ। ਕਿਉਂਕਿ ਧਰਮ ਤਾਂ ਇਹੀ ਕਹਿੰਦਾ ਹੈ ਕਿ ਕਰਮਾਂ ਅਨੁਸਾਰ ਅਸੀਂ ਜਿਸ ਦੇ ਨਾਲ ਵੀ ਵਿਆਹੇ ਗਏ, ਉਸ ਤੋਂ ਇਲਾਵਾ ਕਿਸੇ ਹੋਰ ਦੇ ਬਾਰੇ ਸੋਚਣਾ ਵੀ ਕਿੰਨਾ ਵੱਡਾ ਪਾਪ ਹੈ, ਅਸੀਂ ਜਾਣਦੇ ਹੀ ਨਹੀਂ। ਉਹ ਇਸ ਲਈ ਕਿਉਂਕਿ ਆਪ ਨੇ ਕਿਹਾ, ਉਨਮਤ ਕਾਮ ਮਹਾ ਬਿਖ ਭੂਲੇ, ਪਾਪ ਪੁੰਨ ਨਾ ਪਛਾਣਿਆ। ਕਿਉਂਕਿ ਕਾਮ ਦਾ ਅਜਿਹਾ ਨਸ਼ਾ ਚੜ੍ਹ ਗਿਆ ਕਿ ਹੁਣ ਇਸ ਨੂੰ ਪਾਪ ਪੁੰਨ ਆਚਾਰ ਵਿਚਾਰ ਦੀ ਕੋਈ ਖਬਰ ਹੀ ਨਹੀਂ ਰਹੀ। ਵਿਆਹ ਹੋਇਆ, ਬੱਚੇ ਵੀ ਹੋ ਗਏ ਅਤੇ ਥੋੜੇ ਬਹੁਤ ਪੈਸੇ ਵੀ ਕਮਾ ਲਏ। ਫਿਰ ਨਤੀਜਾ ਕੀ ਹੋਇਆ? ਆਪ ਨੇ ਕਿਹਾ, ਸੁਤ ਸੰਪਤ ਦੇਖ ਇਹੋ ਮਨ ਗਰਬਿਆ, ਰਾਮ ਹਿਰਦੇ ਤੇ ਖੋਇਆ। ਸੁਤ ਮਾਣੇ ਬੱਚੇ, ਸੰਪत्ति ਮਾਣੇ ਧਨ। ਮਾਇਆ ਦੇ ਦੋ ਹੀ ਰੂਪ ਹਨ, ਜੜ ਮਾਇਆ ਅਤੇ ਚੇਤਨ ਮਾਇਆ। ਜਦੋਂ ਬੰਦੇ ਦੇ 4 ਦਿਨ ਚੰਗੇ ਆਉਂਦੇ ਹਨ, ਉਸ ਵਕਤ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਫਿਰ ਕਦੇ ਜੀਵਨ ਵਿੱਚ ਗਿਰਾਵਟ ਵੀ ਆਵੇਗੀ। ਜਦੋਂ ਪਤੰਗ ਆਸਮਾਨ ਦੀਆਂ ਬੁਲੰਦੀਆਂ ਤੇ ਹੁੰਦੀ ਹੈ, ਕਿੱਥੇ ਖਬਰ ਹੁੰਦੀ ਹੈ ਕਿ ਜੇ ਕੱਟੀ ਤਾਂ ਬਹੁਤ ਜ਼ਿਆਦਾ ਡੋਰ ਦਾ ਨੁਕਸਾਨ ਤਾਂ ਉਸੇ ਵਕਤ ਹੁੰਦਾ ਹੈ। ਇਸੇ ਤਰ੍ਹਾਂ ਜੋ ਲੋਕ ਕਾਮਯਾਬ ਹਨ, ਉਹ ਮਗਰੂਰ ਹਨ ਆਪਣੀ ਅਕਲ ਤੇ, ਉਹ ਆਪਣੇ ਹੰਕਾਰ ਵਿੱਚ ਹੁੰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਹੁਣ ਗੁਰੂ ਦੀ ਕੀ ਲੋੜ ਹੈ, ਸਤਸੰਗ ਜਾਣ ਦੀ ਕੀ ਲੋੜ ਹੈ। ਬੱਚੇ ਜਵਾਨ ਹੋ ਗਏ, ਘਰ ਵਿੱਚ 4 ਪੈਸੇ ਆ ਗਏ, ਸੁੱਖ ਸੁਵਿਧਾਵਾਂ ਦੇ ਸਾਧਨ ਬਣ ਗਏ। ਇਹ ਨਹੀਂ ਪਤਾ ਕਿ ਸੁੱਖ ਪਹਿਲਾਂ ਭੋਗ ਬਣਦਾ ਹੈ ਅਤੇ ਭੋਗ ਤੋਂ ਬਾਅਦ ਰੋਗ ਬਣਦਾ ਹੈ। ਜੇ ਪਰਮਾਤਮਾ ਹੀ ਭੁਲਾ ਦਿੱਤਾ ਤਾਂ ਇਹ ਸੁੱਖ ਭੋਗ ਨੂੰ ਜਨਮ ਦੇਵੇਗਾ ਅਤੇ ਇਹ ਪੱਕਾ ਭੋਗੀ ਬਣੇਗਾ। ਕਿਉਂਕਿ ਜਦੋਂ ਪਰਮਾਤਮਾ ਨੂੰ ਹੀ ਹਿਰਦੇ ਤੋਂ ਕੱਢ ਦਿੱਤਾ ਤਾਂ ਅਜਿਹੇ ਬੰਦੇ ਦੀ ਅਵਸਥਾ ਕੀ ਹੋ ਜਾਂਦੀ ਹੈ? 5ਵੇਂ ਪਾਤਸ਼ਾਹ ਨੇ ਕਿਹਾ, ਸੰਪਤ ਡੋਲ ਚੋਲ ਸੰਗ ਝੂਲਤ, ਮਾਇਆ ਮਗਨ ਪ੍ਰਮ ਗੁਬਾਰਾ। ਜਦੋਂ ਬੰਦਾ ਮਾਇਆ ਦੀ ਪੀਂਗ ਤੇ ਬੈਠ ਕੇ ਝੂਟੇ ਲੈਂਦਾ ਹੈ, ਪੀਂਗ ਦਾ ਇੱਕ ਨਿਯਮ ਹੈ। ਅੱਜਕੱਲ ਤੀਆਂ ਦਾ ਤਿਉਹਾਰ ਆਸ-ਪਾਸ ਹੀ ਹੈ। ਸ਼ਾਇਦ ਪਿੰਡਾਂ ਦੇ ਅੰਦਰ ਝੂਲੇ ਲਗਾਏ ਜਾਂਦੇ ਹਨ ਪੇੜਾਂ ਤੇ। ਕਦੇ ਝੂਲੇ ਨੂੰ ਗੌਰ ਨਾਲ ਦੇਖਣਾ। ਜਦੋਂ ਬੰਦਾ ਬੈਠ ਕੇ ਝੂਟੇ ਲੈਂਦਾ ਹੈ ਤਾਂ ਜਿੰਨੀ ਫੋਰਸ ਉਹ ਅੱਗੇ ਦੀ ਤਰਫ ਲਗਾਉਂਦਾ ਹੈ, ਪਿੱਛੇ ਲਿਆਉਣ ਲਈ ਫੋਰਸ ਨਹੀਂ ਲਗਾਉਣੀ ਪੈਂਦੀ। ਪੀਂਗ ਪਿੱਛੇ ਆਪਣੇ ਆਪ ਹੀ ਆਉਂਦੀ ਹੈ। ਇਸੇ ਤਰ੍ਹਾਂ ਜੋ ਲੋਕ ਮਾਇਆ ਦੀ ਪੀਂਗ ਤੇ ਬੈਠ ਕੇ ਝੂਟੇ ਲੈਂਦੇ ਹਨ, ਆਪਣੀਆਂ ਕਰਮ ਇੰਦਰੀਆਂ, ਗਿਆਨ ਇੰਦਰੀਆਂ, ਮਨ ਅਤੇ ਸੁਰਤ ਨੂੰ ਜਿੰਨਾ ਜ਼ੋਰ ਉਹ ਮਾਇਆ ਦੀ ਤਰਫ ਲਗਾਉਂਦੇ ਹਨ, ਉਨਾ ਹੀ ਉਹ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਨ। ਕਿਉਂਕਿ ਮਾਇਆ ਦੇ ਹਨੇਰੇ ਨੇ ਇਸ ਨੂੰ ਉੱਲੂ ਬਣਾ ਦਿੱਤਾ। ਆਸਮਾਨ ਤੇ ਸੂਰਜ ਚੜ੍ਹਿਆ ਹੈ, ਉੱਲੂ ਨੂੰ ਨਜ਼ਰ ਨਹੀਂ ਆਇਆ। ਇਸੇ ਤਰ੍ਹਾਂ ਸਾਡੇ ਅੰਦਰ ਵੀ ਸੂਰਜਾਂ ਦਾ ਸੂਰਜ ਪਰਮਾਤਮਾ ਅੰਦਰ ਹੈ, ਪਰ ਨਹੀਂ ਦਿਖਦਾ। ਚੰਦਰਮਾ ਦਾ ਵੀ ਚੰਦਰਮਾ, ਬ੍ਰਹਿਮੰਡ ਦਾ ਰਚਨਹਾਰ ਅੰਦਰ ਬੈਠਾ ਹੈ, ਲੇਕਿਨ ਵਿੱਚ ਮਾਇਆ ਨੇ ਅਜਿਹਾ ਹਨੇਰਾ ਬਣਾ ਦਿੱਤਾ ਹੈ ਕਿ ਨਹੀਂ ਦਿਖਦਾ। ਅਜਿਹੀ ਹਾਲਤ ਹੋ ਚੁੱਕੀ ਹੈ। ਅਤੇ ਇੰਨਾ ਹੀ ਨਹੀਂ, ਆਪ ਨੇ ਤਾਂ ਕਿਹਾ, ਅਵਰ ਮੂਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਵਿਗੋਇਆ। ਕਈਆਂ ਦੀ ਨਿਗਾਹ ਹਰ ਵਕਤ ਪਰਾਏ ਤਨ ਤੇ ਜਾਂ ਪਰਾਏ ਧਨ ਤੇ ਟਿਕੀ ਰਹਿੰਦੀ ਹੈ। ਹਮੇਸ਼ਾ ਇਹੀ ਸੋਚਦੇ ਹਨ ਕਿ ਫਲਾਣਾ ਮਰੇਗਾ ਤਾਂ ਕਿੰਨੀ ਜਾਇਦਾਦ ਮੇਰੀ ਹੋ ਜਾਵੇਗੀ। ਕਿਉਂਕਿ ਹਰ ਵਕਤ ਆਪਣੇ ਮਨ ਨੂੰ ਮਾਇਆ ਦੀ ਤੱਕੜੀ ਤੇ ਤੋਲਦੇ ਹਨ ਕਿ ਮੈਨੂੰ ਕੀ ਮਿਲੇਗਾ। ਅਤੇ ਕਈ ਵਾਰ ਤਾਂ ਆਪਣੇ ਹੀ ਬੱਚੇ ਇੰਤਜ਼ਾਰ ਕਰਦੇ ਹਨ ਕਿ ਮਾਂ-ਪਿਓ ਕਦੋਂ ਮਰਨਗੇ ਅਤੇ ਕਦੋਂ ਜਾਇਦਾਦ ਸਾਡੀ ਹੋਵੇਗੀ। ਇਸ ਸੰਸਾਰ ਦੇ ਲੋਭ ਵਿੱਚ, ਵਿਸ਼ੇ ਵਿਕਾਰਾਂ ਦੇ ਲਸਾਂ ਵਿੱਚ ਅਕਸਰ ਲੋਕ ਆਪਣੀ ਜ਼ਿੰਦਗੀ ਬਿਤਾ ਕੇ ਚਲੇ ਜਾਂਦੇ ਹਨ ਅਤੇ ਜਦੋਂ ਬੁਢਾਪਾ ਸਾਹਮਣੇ ਆਉਂਦਾ ਹੈ ਤਾਂ ਕੀ ਹਾਲਤ ਹੋ ਜਾਂਦੀ ਹੈ, ਉਸ ਦੇ ਬਾਰੇ ਆਪ ਅੱਗੇ ਦੱਸ ਰਹੇ ਹਨ। ਪੁੰਡਰ ਕੇਸ ਕੁਸਮ ਤੇ ਤੌਲੇ, ਸਪਤ ਪਾਤਾਲ ਕੀ ਬਾਣੀ। ਲੋਚਨ ਸ਼ਰਮਹਿ ਬੁੱਧ ਬਲ ਨਾਠੀ, ਤਾ ਕਾਮ ਪਵਸ ਮਾਧਾਣੀ। ਤਾਤੇ ਬਿਖੈ ਭਈ ਮਤ ਪਾਵਸ, ਕਾਇਆ ਕਮਲ ਕੁਮਲਾਨਾ। ਅਵਗਤ ਬਾਣ ਛੋੜ ਮ੍ਰਿਤ ਮੰਡਲ, ਤਉ ਪਾਛੇ ਪਛੁਤਾਨਾ। ਪੁੰਡਰ ਕੇਸ ਕੁਸਮ ਤੇ ਤੌਲੇ, ਸਪਤ ਪਾਤਾਲ ਕੀ ਬਾਣੀ।
ਮਨੁੱਖੀ ਜੀਵਨ ਦੇ 4 ਹੀ ਪੜਾਅ ਹਨ। ਪਹਿਲਾ ਗਰਭਕਾਲ, ਦੂਜਾ ਬਚਪਨ, ਤੀਜਾ ਜਵਾਨੀ, ਚੌਥਾ ਬੁਢਾਪਾ। ਆਪ ਫਰਮਾਉਂਦੇ ਹਨ, ਹੁਣ ਇਹ ਜੀਵ ਥੱਕ ਗਿਆ, ਸਰੀਰ ਵਿੱਚ ਜਾਨ ਨਹੀਂ ਰਹੀ, ਫੇਫੜਿਆਂ ਵਿੱਚ ਇੰਨੀ ਤਾਕਤ ਨਹੀਂ ਰਹੀ ਕਿ ਹਵਾ ਭਰ ਸਕੇ ਅਤੇ ਕੁਝ ਬੋਲ ਸਕੇ। ਬੋਲਦਾ ਹੈ ਤਾਂ ਅਜਿਹਾ ਲੱਗਦਾ ਹੈ ਜਿਵੇਂ 7ਵੇਂ ਪਾਤਾਲ ਵਿੱਚੋਂ ਕੋਈ ਆਵਾਜ਼ ਆ ਰਹੀ ਹੋਵੇ, ਸਪਤ ਪਾਤਾਲ ਕੀ ਬਾਣੀ। ਅਤੇ ਦੂਜੀ ਗੱਲ ਆਪ ਨੇ ਕਹੀ, ਪੁੰਡਰ ਕੇਸ ਕੁਸਮ ਤੇ ਤੌਲੇ। ਕੁਸਮ ਦਾ ਫੁੱਲ ਬਹੁਤ ਹੀ ਸਫੈਦ ਰੰਗ ਦਾ ਹੁੰਦਾ ਹੈ ਅਤੇ ਆਪ ਫਰਮਾਉਂਦੇ ਹਨ, ਉਸ ਤੋਂ ਜ਼ਿਆਦਾ ਸਫੈਦ ਤਾਂ ਹੁਣ ਇਸ ਦੇ ਵਾਲ ਹੋ ਗਏ ਹਨ। ਅਤੇ ਵਾਲ ਸਭ ਤੋਂ ਪਹਿਲਾਂ ਕੰਨਾਂ ਦੀ ਤਰਫ ਤੋਂ ਸਫੈਦ ਹੁੰਦੇ ਹਨ। ਕਿਉਂ? ਕਿਉਂਕਿ ਬੁਢਾਪਾ ਆ ਕੇ ਆਵਾਜ਼ ਲਗਾਉਂਦਾ ਹੈ ਕਿ ਤੇਰਾ ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਉਸ ਵਿੱਚ ਜੋ ਗੁਨਾਹ ਹੋ ਗਏ ਘੱਟੋ ਘੱਟ ਉਹਨਾਂ ਨੂੰ ਤਾਂ ਧੋਣ ਦੀ ਕੋਸ਼ਿਸ਼ ਕਰ। ਅਸੀਂ ਜਿੰਨੇ ਇੱਥੇ ਬੈਠੇ ਹਾਂ, ਕਿ ਸਾਨੂੰ ਨਹੀਂ ਪਤਾ ਕਿ ਅਸੀਂ ਆਪਣੇ ਮਾਂ-ਪਿਓ ਤੋਂ ਲੁਕ ਕੇ ਕੀ ਕੀਤਾ, ਆਪਣੀ ਔਰਤ, ਆਪਣੇ ਆਦਮੀ ਤੋਂ ਲੁਕ ਕੇ ਕੀ ਕੀਤਾ। ਸਭ ਕੁਝ ਪਤਾ ਹੋਣ ਦੇ ਬਾਵਜੂਦ ਫਿਰ ਵੀ ਬੰਦਾ ਆਪਣੀਆਂ ਅੱਖਾਂ ਮੀਚ ਲੈਂਦਾ ਹੈ। ਕਿਉਂ? ਕਿਉਂਕਿ ਅੰਦਰ ਆਪਣੇ ਗੁਨਾਹ ਨਜ਼ਰ ਆਉਂਦੇ ਹਨ ਅਤੇ ਜਦੋਂ ਤੱਕ ਆਪਣੇ ਗੁਨਾਹਾਂ ਤੇ ਨਿਗਾਹ ਟਿਕਦੀ ਨਹੀਂ, ਜੀਵਨ ਬਦਲ ਨਹੀਂ ਸਕਦਾ। ਲੋਚਨ ਸਰਮਹਿ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਧਾਣੀ। ਕਹਿੰਦੇ ਹਨ ਸਰੀਰ ਵਿੱਚ ਹੁਣ ਜਾਨ ਨਹੀਂ ਰਹੀ, ਅੱਖਾਂ ਤੋਂ ਦਿਖਣਾ ਵੀ ਘੱਟ ਹੋ ਗਿਆ, ਲੇਕਿਨ ਕਾਮਨਾਵਾਂ ਦੀ ਮਧਾਣੀ ਅਜੇ ਵੀ ਅਸੀਂ ਸੰਸਾਰ ਵਿੱਚ ਚਲਾਉਣਾ ਚਾਹੁੰਦੇ ਹਾਂ। ਕਿਉਂ? ਕਿਉਂਕਿ ਸਰੀਰ ਬੁੱਢਾ ਹੋਣ ਨਾਲ ਕਾਮਨਾ ਬੁੱਢੀ ਨਹੀਂ ਹੁੰਦੀ, ਲੋਭ ਬੁੱਢਾ ਨਹੀਂ ਹੁੰਦਾ, ਉਲਟਾ ਹੋਰ ਜਵਾਨ ਹੁੰਦੇ ਹਨ। ਸੰਸਾਰ ਦੀਆਂ ਸਰਕਾਰਾਂ ਨੇ ਤਾਂ ਸਾਨੂੰ 60-65 ਸਾਲਾਂ ਵਿੱਚ ਰਿਟਾਇਰ ਕਰ ਦਿੱਤਾ। ਹੁਣ ਪ੍ਰਾਰਥਨਾ ਕਰੀਏ ਕਿ ਇਹ ਸਰੀਰ ਰਿਟਾਇਰ ਹੋਣ ਤੋਂ ਪਹਿਲਾਂ ਮਨ ਵਾਸਨਾਵਾਂ ਤੋਂ ਰਿਟਾਇਰ ਹੋ ਜਾਵੇ, ਕਿਉਂਕਿ ਮਨ ਕਦੇ ਵੀ ਰਿਟਾਇਰ ਨਹੀਂ ਹੁੰਦਾ। ਮਨ ਨੂੰ ਮਾਰਨਾ ਸੀ ਗੁਰੂ ਦੇ ਸ਼ਬਦ ਨੇ, ਗੁਰੂ ਦੇ ਗਿਆਨ ਨੇ, ਉਸ ਨੂੰ ਅਸੀਂ ਉੱਪਰ ਤੋਂ ਗਾਉਂਦੇ ਹਾਂ। ਜੋ ਕੰਮ ਮਨ ਲਗਾ ਕੇ ਕਰਾਂਗੇ, ਅੰਦਰ ਸੰਸਕਾਰ ਵੀ ਤਾਂ ਵੈਸੇ ਹੀ ਬਣਨਗੇ। ਹੁਣ ਅਸੀਂ ਵਿਚਾਰ ਕਰੀਏ, ਜਿੰਨਾ ਮਨ ਲਗਾ ਕੇ ਅਸੀਂ ਸਿਨੇਮਾ ਦੇਖਣ ਜਾਂਦੇ ਹਾਂ ਜਾਂ ਦੁਨੀਆ ਦੇ ਕੰਮ-ਕਾਜ ਨੂੰ ਅੰਜਾਮ ਦਿੰਦੇ ਹਾਂ, ਕਿ ਉਨਾ ਮਨ ਲਗਾ ਕੇ ਅਸੀਂ ਭਜਨ ਬੰਦਗੀ ਕਰਦੇ ਹਾਂ। ਕਿਉਂ? ਕਿਉਂਕਿ ਕਾਮਨਾਵਾਂ ਦੀ ਮਧਾਣੀ ਅਜੇ ਵੀ ਸਾਡੀ ਸੰਸਾਰ ਵਿੱਚ ਚੱਲ ਰਹੀ ਹੈ। ਆਪ ਨੇ ਕਿਹਾ, ਅਵਗਤ ਬਾਣ ਛੋੜ ਮ੍ਰਿਤ ਮੰਡਲ ਤੋਂ ਪਾਛੇ ਪਛੁਤਾਨਾ। ਜੋ ਪਰਮਾਤਮਾ ਵਿਅਕਤੀ ਨਹੀਂ, ਸ਼ਕਤੀ ਹੈ, ਇੱਕ ਕ੍ਰੀਏਟਿਵ ਪਾਵਰ ਹੈ। ਅੰਦਰ ਹੋ ਰਹੀ ਉਸ ਦੀ ਬਾਣੀ ਸਾਨੂੰ ਸੁਣਨੀ ਸੀ, ਉਸੇ ਦੇ ਮੁਤਾਬਕ ਸਾਨੂੰ ਆਪਣੇ ਕਰਮ ਕਰਨੇ ਸਨ, ਲੇਕਿਨ ਅੰਦਰ ਹੋ ਰਹੀ ਉਸ ਦੀ ਬਾਣੀ ਨੂੰ ਅਸੀਂ ਕਦੇ ਸੁਣਿਆ ਨਹੀਂ। ਕਿਉਂ? 5ਵੇਂ ਪਾਤਸ਼ਾਹ ਨੇ ਕਿਹਾ, ਨਾਮ ਸੁਨਤ ਜਨ ਬਿੱਛੂ ਡਸਾਨਾ। ਭਜਨ ਬੰਦਗੀ ਦੀ ਗੱਲ ਤਾਂ ਅਜੇ ਹੀ ਲੱਗਦੀ ਹੈ ਜਿਵੇਂ ਕੋਈ ਬਿੱਛੂ ਲੜ ਗਿਆ ਹੋਵੇ। ਅਖਬਾਰ 3-3 ਘੰਟੇ ਬੈਠ ਕੇ ਪੜ੍ਹਾਂਗੇ, ਸਿਨੇਮਾ 3-3 ਘੰਟੇ ਦੇਖਾਂਗੇ। ਕਿਉਂ? ਕਿਉਂਕਿ ਅੰਦਰ ਕਈ ਜਨਮਾਂ ਦਾ ਸੰਸਾਰ ਦਾ ਰਸ ਹੈ। ਜਿਸ ਪੱਥਰ ਦੀ ਢਲਾਣ ਜਿੱਧਰ ਦੀ ਬਣੀ ਹੋਵੇ, ਪਾਣੀ ਜਦੋਂ ਮਰਜ਼ੀ ਉਸ ਦੇ ਉੱਪਰ ਖਿਲਾਰੋ, ਉਹ ਉਸੇ ਤਰਫ ਜਾਵੇਗਾ। ਮਨ ਦੀ ਵੀ ਕਈ ਜਨਮਾਂ ਦੀ ਢਲਾਣ ਵਿਸ਼ੇ ਵਿਕਾਰਾਂ ਦੀ ਤਰਫ ਜਾਣਦੀ ਹੈ, ਅੱਜ ਦੀ ਨਹੀਂ। ਅਤੇ ਜੇ ਅੱਗੇ ਵੀ ਸਾਡਾ ਜੀਵਨ ਇਸੇ ਤਰ੍ਹਾਂ ਵਿਸ਼ੇ ਵਿਕਾਰਾਂ ਵਿੱਚ ਬੀਤਦਾ ਰਿਹਾ ਤਾਂ ਨਤੀਜਾ ਕੀ ਹੋਵੇਗਾ? ਆਪ ਨੇ ਕਿਹਾ, ਤੋਂ ਪਾਛੇ ਪਛਤਾਨਾ, ਕਿਉਂਕਿ ਮ੍ਰਿਤਿੂ ਸ਼ਈਆ ਤੇ ਸਿਵਾਏ ਪਛਤਾਵੇ ਦੇ ਹੋਰ ਕੁਝ ਰਹਿੰਦਾ ਨਹੀਂ। ਸਾਰੀ ਜ਼ਿੰਦਗੀ ਦੇ ਕੀਤੇ ਹੋਏ ਕਰਮ ਸਾਹਮਣੇ ਆ ਕੇ ਖੜੇ ਹੋ ਜਾਂਦੇ ਹਨ ਅਤੇ ਉਹ ਫਿਰ ਭਾਰੀ ਲੱਗਦੇ ਹਨ। ਅੰਤਿਮ ਪੰਕਤੀਆਂ, ਨਿਕਟ ਦੇਹ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ, ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਣੀ ਨ ਸੁਖਾਈ, ਬੇਣੀ ਕਹੈ ਸੁਨਹੁ ਰੇ ਭਗਤੋ, ਮਰਨੀ ਮੁਕਤ ਕਿਨ ਪਾਈ। ਦੋਤੇ ਪੋਤੇ ਇਸ ਦੇ ਆਲੇ ਦੁਆਲੇ ਘੁੰਮਦੇ ਫਿਰਦੇ ਹਨ, ਲੇਕਿਨ ਇਸ ਦੀ ਗੱਲ ਸੁਣਦੇ ਨਹੀਂ। ਇਹ ਅੰਦਰੋਂ ਕਲਪਦਾ ਹੈ ਕਿ ਜਿਨ੍ਹਾਂ ਦੇ ਲਈ ਆਪਣਾ ਜ਼ਮੀਰ ਵੇਚਿਆ, ਆਪਣਾ ਈਮਾਨ ਵੇਚਿਆ, ਉਹ ਅੱਜ ਅਜਿਹਾ ਕਰਦੇ ਹਨ, ਲੇਕਿਨ ਉਹਨਾਂ ਦੇ ਮੋਹ ਵਿੱਚ ਫਸਿਆ ਹੈ। ਇਹ ਚਾਹੁੰਦਾ ਹੈ ਉਹ ਮੇਰੇ ਨਾਲ ਬੈਠਣ, ਗੱਲ ਕਰਨ, ਹਾਲ ਚਾਲ ਪੁੱਛਣ। ਉਹ ਪੁੱਛਣ ਨੂੰ ਤਿਆਰ ਨਹੀਂ, ਉਹ ਤਾਂ ਕਹਿੰਦੇ ਹਨ, ਬਾਬਾ ਪਰੇ ਹਟ। ਫਿਰ ਵੀ ਉਹਨਾਂ ਦੇ ਮੋਹ ਵਿੱਚ ਫਸਿਆ ਹੈ, ਹੰਕਾਰ ਕਰਦਾ ਹੈ, ਮੇਰੇ ਦੋਤੇ, ਮੇਰੇ ਪੋਤੇ, ਮੇਰਾ ਇਹ, ਮੇਰਾ ਉਹ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਅੱਖਾਂ ਤੋਂ ਦਿਖਣਾ ਬੰਦ ਹੋ ਗਿਆ, ਕੰਨਾਂ ਤੋਂ ਸੁਣਨਾ ਬੰਦ ਹੋ ਗਿਆ, ਗੋਡੇ ਚੱਲ ਨਹੀਂ ਸਕਦੇ, ਸਰੀਰ ਵਿੱਚ ਬਲ ਨਹੀਂ, ਲੇਕਿਨ ਅਜੇ ਹੋਰ ਜਿਉਣ ਦੀ ਤਮੰਨਾ ਭਰੀ ਪਈ ਹੈ ਕਿ ਹੋਰ 2, 4, 5 ਸਾਲ ਜੀ ਲਵਾਂ। ਬੜੇ ਲੋਕ ਮਿਲਦੇ ਹਨ ਦੁਨੀਆ ਵਿੱਚ ਜੋ ਕਹਿੰਦੇ ਹਨ, ਮੈਂ ਪੋਤੇ ਦਾ ਵਿਆਹ ਤਾਂ ਦੇਖ ਲਵਾਂ। ਆਖਿਰ ਪਤਾ ਨਹੀਂ ਅਸੀਂ ਕਿੰਨਾ ਚੱਕਰਾਂ ਵਿੱਚ ਘੁੰਮ ਰਹੇ ਹਾਂ।
ਜਿਸ ਦੇ ਅੰਦਰ ਸੰਸਾਰ ਦੀਆਂ ਵਾਸਨਾਵਾਂ ਜਿੰਨੀਆਂ ਜ਼ਿਆਦਾ ਹੋਣਗੀਆਂ ਉਸ ਨੂੰ ਓਨਾ ਹੀ ਮਰਨ ਤੋਂ ਡਰ ਲੱਗੇਗਾ ਅਤੇ ਜਿਸ ਦਿਨ ਇਹ ਵਾਸਨਾਵਾਂ ਸਮਾਪਤ ਹੋ ਜਾਣਗੀਆਂ ਨਤੀਜਾ ਕੀ ਹੋਵੇਗਾ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਸਾਨੂੰ 60 70 80 ਸਾਲ ਮਿਲੇ, ਅਸੀਂ ਕੀ ਕੀਤਾ? 2 ਮਕਾਨ ਬਣਾ ਲਏ ਹੋਣਗੇ, 2-4 ਦੁਕਾਨਾਂ ਖੋਲ੍ਹ ਲਈਆਂ, 2-4 ਬੱਚਿਆਂ ਨੂੰ ਜਨਮ ਦੇ ਦਿੱਤਾ ਹੋਵੇਗਾ। ਇਹ ਕੰਮ ਤਾਂ ਜਾਨਵਰ ਵੀ ਕਰ ਲੈਂਦੇ ਹਨ। ਆਪਣੇ ਪਰਿਵਾਰ ਦੀ ਪਾਲਣਾ ਤਾਂ ਉਹ ਵੀ ਕਰ ਲੈਂਦੇ ਹਨ, ਰਹਿਣ ਯੋਗ ਆਲਣਾ ਤਾਂ ਉਹ ਵੀ ਬਣਾ ਲੈਂਦੇ ਹਨ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਜਨਮ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਓ। ਕਹਿੰਦੇ ਹਨ, ਤੇਰੇ ਜਨਮ ਲੈਣ ਦਾ ਫਾਇਦਾ ਕੀ ਹੋਇਆ, ਕਿਉਂਕਿ ਭਗਤੀ ਭਾਵਨਾ ਤਾਂ ਤੇਰੇ ਅੰਦਰ ਪੈਦਾ ਹੀ ਨਹੀਂ ਹੋਈ। ਥਾਕਾ ਤੇਜ ਉੜਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਇੱਕ ਦਿਨ ਕਹਿੰਦੇ ਹਨ ਇਸ ਦੀ ਮੌਤ ਹੋ ਗਈ। ਹੋਣੀ ਹੈ, ਉਹ ਤਾਂ ਸਭ ਦੀ ਹੋਣੀ ਹੈ। ਜੋ ਆਇਆ ਹੈ ਉਹ ਜਾਵੇਗਾ, ਲੇਕਿਨ ਹੁਣ ਵਿਹੜੇ ਵਿੱਚ ਪਈ ਹੋਈ ਲਾਸ਼ ਕਿਸੇ ਨੂੰ ਚੰਗੀ ਨਹੀਂ ਲੱਗਦੀ। ਜੋ ਆਉਂਦਾ ਹੈ ਇਹੀ ਪੁੱਛਦਾ ਹੈ ਕਿੰਨੇ ਵਜੇ ਲੈ ਕੇ ਜਾਣਾ ਹੈ। ਕੋਈ ਨਹੀਂ ਪੁੱਛਦਾ ਕਿੰਨੇ ਦਿਨ ਹੋਰ ਰੱਖਣਾ ਹੈ। ਜਿਸ ਘਰ ਵਿੱਚ 60 70 80 ਸਾਲ ਬਿਤਾਏ, ਉਸ ਘਰ ਵਿੱਚ ਇੱਕ ਘੜੀ ਰੱਖਣ ਨੂੰ ਕੋਈ ਤਿਆਰ ਨਹੀਂ। ਇਹ ਹੈ ਸੰਸਾਰ ਦੀ ਪਰਿਭਾਸ਼ਾ, ਜਿਸ ਦੇ ਪਿੱਛੇ ਬੰਦਾ ਲੱਗ ਕੇ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਅਤੇ ਗੱਲ ਫਿਰ ਵੀ ਸਮਝ ਨਹੀਂ ਆਉਂਦੀ ਕਿ ਆਖਿਰ ਇਹ ਜੀਵਨ ਹੈ ਕੀ। ਇਸ ਲਈ ਕਬੀਰ ਸਾਹਿਬ ਜੀ ਕਹਿੰਦੇ ਹਨ, ਰੇ ਬੌਰੇ ਤੋਹੀ ਕਰੀ ਨਾ ਰਾਖੇ ਕੋਈ, ਤੂੰ RAM ਨਾਮ ਜਪ ਸੂਈ। ਇਸ ਲਈ ਅਸੀਂ ਕਿਸੇ ਭਰਮ ਵਿੱਚ ਨਾ ਰਹਿ ਜਾਈਏ। ਇਸ ਲਈ ਬੇਣੀ ਜੀ ਮਹਾਰਾਜ ਨੇ ਅੰਤ ਵਿੱਚ ਕੀ ਕਿਹਾ? ਬੇਣੀ ਕਹੈ ਸੁਣਹੁ ਰੇ ਭਗਤੋਂ, ਮਰਨ ਮੁਕਤੀ ਕਿਨ ਪਾਈ। ਮਰ ਕੇ ਕਦੇ ਮੁਕਤੀ ਨਹੀਂ ਹੁੰਦੀ। ਮੁਕਤ ਜਿਸ ਨੂੰ ਕਰੇਗਾ ਗੁਰੂ ਕਰੇਗਾ ਅਤੇ ਜੀਂਦੇ ਜੀ ਕਰੇਗਾ। ਇਹ ਹੋ ਨਹੀਂ ਸਕਦਾ ਕਿ ਅੰਤ ਸਮੇਂ ਕਿਸੇ ਦੇ RAM ਨਾਮ ਸਤ ਹੈ ਕਹਿ ਦੇਣ ਨਾਲ ਸਾਡੀ ਮੁਕਤੀ ਹੋ ਜਾਵੇਗੀ ਜਾਂ ਸਾਡੀਆਂ ਹੱਡੀਆਂ ਨੂੰ ਪਾਣੀ ਵਿੱਚ ਵਹਾ ਦੇਣ ਨਾਲ ਕਿਤੇ ਮੁਕਤੀ ਹੋ ਜਾਵੇਗੀ। ਬਿਲਕੁਲ ਨਹੀਂ ਹੋਵੇਗੀ, ਕਿਉਂਕਿ ਮੁਕਤੀ ਦਾ ਸੰਬੰਧ ਇਸ ਤਨ ਨਾਲ ਨਹੀਂ ਹੈ। ਇਸ ਸਥੂਲ ਤਨ ਦਾ ਸੰਸਕਾਰ ਪ੍ਰਤੱਖ ਅਗਨੀ ਵਿੱਚ ਹੁੰਦਾ ਹੈ। ਸੂਖਮ ਸਰੀਰ ਦਾ ਸੰਸਕਾਰ ਬ੍ਰਹਮ ਅਗਨੀ ਵਿੱਚ ਹੁੰਦਾ ਹੈ ਅਤੇ ਉਹ ਜੀਂਦੇ ਜੀ ਖੁਦ ਨੂੰ ਕਰਨਾ ਪੈਂਦਾ ਹੈ, ਤਦ ਜਾ ਕੇ ਜੀਵ ਮੁਕਤ ਹੁੰਦਾ ਹੈ।